ਹਾਜ਼ਰ ਹੈ ਜੱਜ ਦਾ ਵਿਚਾਰ। सत श्री अकाल जी, प्राइम एशिया टीवी ते तुहाडा सारिਆਂ ਦਾ ਸਵਾਗਤ है। प्रोग्राम चाय दा विचार लैके ਅਸੀਂ ਹਾਜ਼ਰ ਹੋ ਗਏ ਹਾਂ। मैं हाँ हरमन थिंद। हर रोज की तरह गल्लां बातां करांगे स्वਰਨ ਸਿੰਘ ਟਣਾ जी ਦੇ ਨਾਲ। सत श्री अकाल ਟਣਾ ਸਾਹਿਬ, ਕੀ ਹਾਲ ਚਾਲ ਨੇ? बहुत वधिया जी, चढ़दी कला जिंदाबाद। मैं टना टन गुलजार। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਉਹੀ ਗੁਲਜ਼ਾਰ ਸੀ, ਬਹੁਤ ਵਧੀਆ। ਅਸੀਂ ਇੱਥੇ ਬੈਠੇ ਆਨੰਦ ਮਾਣ ਰਹੇ ਹਾਂ, ਸਾਡੇ ਸਾਰੇ ਸਾਥੀ ਪੂਰਾ ਆਨੰਦ ਮਾਣ ਰਹੇ ਹਨ। ਸਵੇਰੇ ਸਵੇਰੇ ਬਹੁਤ ਸਾਰੀਆਂ ਪਿਆਰੀਆਂ ਪਿਆਰੀਆਂ ਮਨਮੋਹਕ ਗੱਲਾਂ ਕੀਤੀਆਂ। ਅੱਜ ਪੰਜਾਬ ਦੇ ਵਿੱਚ ਮੌਸਮ ਵੀ ਬਦਲ ਜਾਣਾ, ਜਿਵੇਂ ਕਿ ਅੰਦਾਜ਼ਾ ਪੇਸ਼ ਕੀਤਾ ਗਿਆ। ਤੇ ਜਿਹੜੇ ਵੀ ਲੋਕ ਇਸ ਵੇਲੇ ਘੁੰਮਣ ਫਿਰਨ ਗਏ ਟੱਬਰ ਦੇ ਸਮੇਤ, ਜਦੋਂ ਆ ਕੇ ਚੌਵਾਂ ਘਰਾਂ ਨੂੰ ਇਹ ਗੱਲ ਕਹਿਣਗੇ, ਸਰ ਜੀ ਉੱਥੇ ਝਰਨਾ ਦੇਖਿਆ, ਤੁਹਾਨੂੰ ਪਤਾ ਝਰਨਾ ਕਿੱਦਾਂ ਹੁੰਦਾ? ਇਹ ਆ ਉਹ ਨਾ ਉਹ ਨਾ ਬੜਾ ਪਿਆਰਾ ਵਾਟਰ ਸੀ, ਉਹ ਪਾਣੀ ਇੱਦਾਂ ਸੀ, ਅਸੀਂ ਜਦੋਂ ਉੱਥੇ ਗਏ ਸੀ ਹਾਈਟ ਇੱਦਾਂ ਸੀ, ਨਹਾ ਤੇ ਫਿਰ ਤੁਸੀਂ ਵੀ ਇੱਦਾਂ ਕਰ ਲੈਣਾ ਸੀ। ਆਪਾਂ ਗੱਲ ਸੁਣਨੀ ਨਹੀਂ ਸਕਦੇ, ਚਲੋ ਭੱਜੋ, ਬਹਿ ਬਹਿ ਕੇ ਨਿਕਲ ਜਾਓ, ਅਸੀਂ ਇੱਥੇ ਠੀਕ ਆ। ਵੈਸੇ ਸਹੀ ਗੱਲ ਦੱਸਾਂ ਟਣਾ ਸਾਹਿਬ, ਸਵੇਰੇ ਸਵੇਰੇ ਝਰਨਾ ਵੇਖਿਆ ਬਈ, ਕਮਾਲ ਦਾ, ਇੰਨਾ ਸੋਹਣਾ ਝਰਨਾ, ਨਜ਼ਾਰਾ ਹੀ ਆ ਗਿਆ। ਸਵਰਨੇ ਨੂੰ ਝਰਨੇ ਦੀ ਲੋੜ ਹੀ ਨਹੀਂ ਪੈਂਦੀ। ਚਲੋ ਖੈਰ ਕੋਈ ਗੱਲ ਨਹੀਂ, ਆਪਾਂ ਲੜਨਾ ਥੋੜੀ ਹੈ ਟਣਾ ਸਾਹਿਬ, ਆਪਾਂ ਤਾਂ ਬਸ ਜਿਹੜੇ ਵਿਚਾਰ ਆ ਉਹਦਾ ਆਦਾਨ ਪ੍ਰਦਾਨ ਕਰਨਾ ਹੈ। ਤੇ ਬਾਕੀ ਹੋਰ ਦੱਸੋ, ਮੌਸਮ ਕਿਵੇਂ ਹੈ ਪੰਜਾਬ ਦਾ? ਮੌਸਮ ਪੰਜਾਬ ਦਾ ਪੂਰਾ ਗਰਮਾ ਜੀ। ਲੰਘੇ ਕੱਲ ਪੰਜਾਬ ਦੇ ਵਿੱਚ ਨਾ ਪਟਿਆਲਾ ਸ਼ਹਿਰ ਆ ਜਿਹੜਾ, ਉਹ 45.5 ਡਿਗਰੀ ਤਾਪਮਾਨ ਦੇ ਨਾਲ ਸਭ ਤੋਂ ਵੱਧ ਗਰਮ ਰਿਹਾ। ਜੇ ਅਸੀਂ ਹਿਮਾਚਲ ਵੱਲ ਦੀ ਗੱਲ ਕਰਦੇ ਤਾਂ ਊਨਾ ਸਭ ਤੋਂ ਵੱਧ ਗਰਮ ਰਿਹਾ। ਜੇ ਹਰਿਆਣੇ ਦੀ ਗੱਲ ਕਰਦੇ ਤਾਂ ਹਿਸਾਰ ਤੇ ਜੀਂਦ ਖੇਤਰ ਲੰਘੇ ਕੱਲ ਸਭ ਤੋਂ ਵੱਧ ਗਰਮ ਰਿਹਾ। ਤੇ ਵੈਸੇ ਪੰਜਾਬ ਦੇ ਵਿੱਚ ਅੱਜ ਭਲਕ ਤੇ ਪਰਸੋਂ 3 ਦਿਨ ਪੰਜਾਬ ਦੇ ਵਿੱਚ ਮੀਂਹ ਦੀ, ਝੱਖੜ ਝੁੱਲੇ ਦੀ, ਹਨੇਰੀ ਦੀ ਤੇ ਗੜਿਆਂ ਦੀ ਭਵਿੱਖਬਾਣੀ ਕੀਤੀ ਗਈ ਆ। ਇਹ ਕਿੰਨੇ ਕੁ ਗੜੇ ਪੈਂਦੇ ਆ, ਕਿੰਨਾ ਕੁ ਤਾਪਮਾਨ ਬਦਲਦਾ ਘਟਦਾ ਹੈਗਾ, ਇਹ ਵਕਤ ਦੱਸੂਗਾ। ਪਰ ਮੌਸਮ ਵਿਭਾਗ ਕਹਿੰਦਾ ਵੀ 5 ਡਿਗਰੀਆਂ ਤੱਕ ਇਹ ਥੱਲੇ ਆ ਜਾਣਾ ਤਾਪਮਾਨ। ਸੋ ਸਮਾਂ ਹੀ ਦੱਸੂਗਾ ਬਣਦਾ ਕੀ ਆ। ਪਰ ਇਸ ਵੇਲੇ ਸੜਕਾਂ ਦੇ ਉੱਤੇ ਕਰਫਿਊ ਵਰਗੇ ਹਾਲਾਤ ਆ। ਸੜਕਾਂ ਦੇ ਉੱਤੇ ਇਉਂ ਵੀ ਜਿਵੇਂ ਕੋਈ ਜਾਂਦਾ ਹੀ ਨਹੀਂਗਾ, ਜਾਂ ਬਹੁਤ ਲੋੜੀ ਮੰਗੀ ਦਾ ਬੰਦਾ ਜਾਂਦਾ। ਬਾਜ਼ਾਰ ਆ ਜਿਹੜੇ, ਉਹਨਾਂ ਦੇ ਵਿੱਚ ਸੁੰਨ ਪਸਰੀ ਹੋਈ ਆ। ਆਥਣ ਤੇ ਸਵੇਰ ਦੇ ਵੇਲੇ ਲੋਕ ਘਰਾਂ ਦੇ ਵਿੱਚੋਂ ਬਾਹਰ ਨਿਕਲਦੇ ਆ। ਤੇ ਇੱਕ ਹੋਰ ਗੱਲ ਆ ਵੀ ਹਿਮਾਚਲ ਪ੍ਰਦੇਸ਼ ਦੇ ਵੱਲ ਜਾਣ ਵਾਲਿਆਂ ਨੇ ਵਹੀਰਾਂ ਖਿੱਚਤੀਆਂ। ਪਿਛਲੇ 2-3 ਦਿਨਾਂ ਦੇ ਵਿੱਚ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਿਮਲਾ, ਡਲਹੌਜ਼ੀ ਤੇ ਹੋਰ ਵੱਖ-ਵੱਖ ਖੇਤਰਾਂ ਦੇ ਵਿੱਚ ਲੋਕ ਗਏ ਆ। ਤੇ ਹਾਲੇ ਨਿਆਣਿਆਂ ਨੂੰ ਜੂਨ ਮਹੀਨੇ ਦੀਆਂ ਛੁੱਟੀਆਂ ਹੋਣੀਆਂ। ਜਦੋਂ ਉਧਰੋਂ ਹੋਊਗਾ ਫਿਰ ਦੇਖੋ ਕਿਵੇਂ ਕਾਰਾਂ ਭਰ ਭਰ ਕੇ ਨੇਰੀਆਂ ਠਾਉਂਦੇ ਜਾਂਦੇ। ਤੇ ਮੇਰੀ ਸਾਰੇ ਪੰਜਾਬੀਆਂ ਨੂੰ ਇੱਕੋ ਹੀ ਬੇਨਤੀ ਆ ਵੀ ਤੁਹਾਡੇ ਕੋਲੇ ਪੈਸੇ ਆ, ਤੁਹਾਡੇ ਚਾਅ, ਤੁਹਾਨੂੰ ਜ਼ਰੂਰ ਜਾਣਾ ਚਾਹੀਦਾ। ਜ਼ਿੰਦਗੀ ਜਿਉਣ ਦੇ ਲਈ ਸਭ ਕੁਝ ਕਰਨਾ ਚਾਹੀਦਾ। ਚਾਅ ਬਰਕਰਾਰ ਰਹਿਣੇ ਚਾਹੀਦੇ ਆ। ਬੱਚਿਆਂ ਨੂੰ ਜੋ ਥਾਵਾਂ ਵੇਖਣੀਆਂ ਚਾਹੁੰਦੇ ਜ਼ਰੂਰ ਵਿਖਾਇਆ ਕਰੋ। ਪਰ ਭਾਈ ਆਪਾਂ ਇੱਥੋਂ ਵਾਲੀ ਧਰਤੀ ਨੂੰ ਪੱਧਰਾ ਕਰਕੇ ਤੇ ਹੁਣ ਪਹਾੜਾਂ ਵੱਲ ਭੱਜਦੇ ਆ। ਆਪਾਂ ਇੱਥੇ ਦਰਖਤ ਕੋਈ ਨਹੀਂ ਛੱਡਿਆ ਤੇ ਹੁਣ ਨੇਰੀਆਂ ਠਾਉਂਦੇ ਜਾਂਦੇ ਵੀ ਡਲਹੌਜ਼ੀ ਚੱਲ ਗਏ, ਸ਼ਿਮਲੇ ਚੱਲ ਗਏ। ਤੇ ਜੇਕਰ ਉੱਥੇ ਵੀ ਸੜਕਾਂ ਪੱਧਰੀਆਂ ਕਰ ਦਈਏ, ਉੱਥੇ ਬਿਲਕੁਲ ਪਹਾੜ ਪੱਧਰ ਕਰ ਦਈਏ, ਜੇ ਉੱਥੇ ਦਰਖਤ ਸਾਰੇ ਪੱਟ ਦਈਏ, ਤੇ ਫਿਰ ਭਾਈ ਉੱਥੇ ਵੀ ਤਾਪਮਾਨ ਇਵੇਂ ਹੋਣਾ ਜਿਵੇਂ ਪੰਜਾਬ ਦੇ ਵਿੱਚ ਆ ਇਸ ਵੇਲੇ। ਸੋ ਫਿਰ ਆਪਾਂ ਕਹਿੰਦੇ ਨੇ ਉੱਥੋਂ ਦੀਆਂ ਸਰਕਾਰਾਂ ਨੇ ਸਾਰਾ ਕੁਝ ਸੰਭਾਲ ਕੇ ਰੱਖਿਆ ਹੋਇਆ। ਤੇ ਆਪਾਂ ਆਪਦੇ ਵੀ ਫਰਜ਼ ਮਹਿਸੂਸ ਕਰੀਏ, ਇਕੱਲੇ ਸਰਕਾਰਾਂ ਦੇ ਫਰਜ਼ ਨਹੀਂ। ਦਰਖਤ ਲਾਈਏ, ਕੁਦਰਤ ਨਾਲ ਛੇੜਖਾਨੀ ਨਾ ਕਰੀਏ, ਵਾਤਾਵਰਨ ਬਚਾਈਏ ਜੀ। ਬਿਲਕੁਲ ਸਹੀ ਟਣਾ ਸਾਹਿਬ, ਇਹ ਗੱਲਾਂ ਤਾਂ ਉਹ ਗੱਲਾਂ ਨੇ ਜਿਹੜੀਆਂ ਕਿ ਅਕਸਰ ਹੀ ਜਿਹੜੇ ਸੂਝਵਾਨ ਲੋਕ ਨੇ ਆਲੇ ਦੁਆਲੇ ਆਪਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਰਹਿੰਦੇ ਆ। ਪਰ ਗੱਲ ਸਿਰਫ ਇੱਥੇ ਆ ਕੇ ਮੁੱਕਦੀ ਹੈ ਕਿ ਇਹਨਾਂ ਗੱਲਾਂ ਦੇ ਉੱਪਰ, ਇਹਨਾਂ ਵਿਚਾਰਾਂ ਦੇ ਉੱਪਰ ਅਮਲ ਕਿੰਨੇ ਕੁ ਫੀਸਦੀ ਹੁੰਦਾ ਹੈ। ਬਾਕੀ ਗੱਲ ਇਹ ਹੈ ਟਣਾ ਸਾਹਿਬ ਵੀ ਹੁਣ ਆਪਾਂ ਚੱਜ ਦੇ ਵਿਚਾਰ ਵੱਲ ਨੂੰ ਵਧੀਆ, ਮੌਸਮ ਦੀ ਹਾਲ ਬਿਆਨੀ ਹੋ ਗਈ ਹੈ। ਬਿਲਕੁਲ ਜੀ, ਬਿਲਕੁਲ। ਇੱਕ ਬੜਾ ਮਹੱਤਵਪੂਰਨ ਚੱਜ ਦਾ ਵਿਚਾਰ ਆ, ਤੁਸੀਂ ਗੌਰ ਦੇ ਨਾਲ ਸੁਣਿਓ। ਇਹ ਸਾਰੇ ਹੀ ਪੰਜਾਬੀ ਭੈਣਾਂ ਵੀਰਾਂ ਨੂੰ ਅਜੇ ਚੰਗਾ ਲੱਗੂਗਾ। ਉਹ ਇਹ ਹੈ ਕਿ ਜੇਕਰ ਤੁਸੀਂ ਆਪਣੇ ਸੁਪਨੇ ਸਾਕਾਰ ਕਰਨ ਦੇ ਲਈ ਕੋਸ਼ਿਸ਼ਾਂ ਨਹੀਂ ਕਰਦੇ, ਜੇਕਰ ਤੁਸੀਂ ਆਪਣੇ ਸੁਪਨੇ ਸਾਕਾਰ ਕਰਨ ਵਾਸਤੇ ਕੋਸ਼ਿਸ਼ਾਂ ਨਹੀਂ ਕਰਦੇ, ਤਾਂ ਫਿਰ ਕੋਈ ਹੋਰ ਆਪਣੇ ਸੁਪਨਿਆਂ ਦੀ ਖਾਤਰ ਤੁਹਾਨੂੰ ਪਹਾੜੇ ਤੇ ਰੱਖ ਲੂਗਾ, ਤੁਹਾਨੂੰ ਕਿਰਾਏ ਤੇ ਰੱਖ ਲੂਗਾ, ਤੁਹਾਨੂੰ ਥੋੜੀ ਜਿਹੀ ਤਨਖਾਹ ਦੇ ਉੱਤੇ ਰੱਖ ਲੂਗਾ। ਇਸ ਕਰਕੇ ਆਪਣੇ ਸੁਪਨੇ ਸਾਕਾਰ ਕਰਨ ਦੇ ਲਈ ਮਿਹਨਤ ਕਰਿਆ ਕਰਗੇ। ਤੇ ਜਿਹੜੇ ਲੋਕ ਮਿਹਨਤ ਨਹੀਂ ਕਰਦੇ ਉਹਨਾਂ ਦਾ ਕੁਛ ਨਹੀਂ ਹੁੰਦਾ, ਉਹਨਾਂ ਨੂੰ ਕਿਤੇ ਉਲਾਂਭਾ ਨਹੀਂ ਦੇਣਾ ਚਾਹੀਦਾ। ਜਿਹੜੇ ਲੋਕ ਬੇਥਮੀਆਂ ਮਾਰਦੇ ਆ, ਉਹਨਾਂ ਨੂੰ ਬੇਨਤੀ ਆ ਕਿ ਭਾਈ ਆਪਦਾ ਧਿਆਨ ਕੇਂਦਰਿਤ ਰੱਖਿਆ ਕਰੋ, ਆਪਦੇ ਕੰਮ ਦੇ ਵੱਲ ਧਿਆਨ ਦੇਣਾ ਚਾਹੀਦਾ। ਇਹ ਨਹੀਂ ਵੀ ਆਪਾਂ ਉਧਰ ਟੰਗ ਫਸਾਤੀ, ਉਹਦੇ 'ਚ ਨੁਕਸ ਕੱਢਤਾ, ਉਹ ਵੀ ਗਲਤ ਆ, ਆ ਵੀ ਗਲਤ ਆ, ਆਪਾਂ ਹੀ ਸਹੀ ਜੰਮੇ ਆ। ਆਪਾਂ ਨੂੰ ਬੇਬੇ ਨੇ ਪੰਜੀਰੀ ਇਸ ਕਰਕੇ ਖਾ ਕੇ ਥੋੜ੍ਹਾ ਜਿਹਾ ਇਹ ਗੱਲ ਕਹੀ, ਮੇਰਾ ਗੁੱਗੂ ਪੁੱਤ ਜਵਾਨ ਹੋਊਗਾ, ਮੇਰੀ ਲਾਡੋ ਰਾਣੀ ਜਵਾਨ ਹੋਊਗੀ, ਵੀ ਕਿਉਂਕਿ ਬਹੁਤ ਬੁੱਧੀਜੀਵੀ ਆ। ਸੋ ਗੱਲ ਇਹ ਆ ਕਿ ਭਾਈ ਸਾਰੇ ਹੀ ਆਪੋ ਆਪਣੀ ਥਾਂ ਦੇ ਉੱਤੇ ਬੁੱਧੀਜੀਵੀ ਆ। ਕੋਈ ਜਰ ਲੈਂਦਾ ਤੇ ਕੋਈ ਭਾਈ ਵਾਰ ਕਰ ਲੈਂਦਾ। ਸੋ ਇਹ ਆ ਗੱਲ ਵੀ ਭਾਈ ਆਪਦਾ ਨਾ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਤੇ ਜੋ ਵੀ ਤੁਹਾਡੇ ਹਿੱਸੇ ਦੇ ਵਿੱਚ ਆਇਆ ਕੰਮ ਕਰਿਆ ਕਰੋ। ਤੇ ਬਾਅਦ ਦੇ ਵਿੱਚ ਲਾਂਭੇ ਦੇਣੇ ਬੰਦ ਕਰਕੇ ਲੈ ਉਹ ਤਾਂ ਜੁਗਾੜ ਲੱਗ ਗਿਆ, ਉਹਦਾ ਤਾਂ ਸੂਤ ਲੱਗ ਗਿਆ, ਤੁਹਾਡਾ ਨਾ ਲੱਗ ਗਿਆ, ਕਿਉਂਕਿ ਤੁਸੀਂ ਕੰਮ ਨਹੀਂ ਕੀਤਾ, ਤੁਸੀਂ ਦੂਜੇ ਤੇ ਨਿਗਾਹ ਰੱਖੀ ਆ।
ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਬਾਅਦ ਵਿੱਚ ਅਸਲ ਦੇ ਵਿੱਚ ਇਹ ਗੱਲਾਂ ਕਿਹੜੀਆਂ ਸੌਖੀਆਂ ਹੋ ਜਾਂਦੀਆਂ ਨਾ, ਜਗਾੜ ਵਾਲੀਆਂ, ਸੂਤ ਵਾਲੀਆਂ, ਕਿਉਂਕਿ ਸਾਨੂੰ ਇਹ ਲੱਗਦਾ ਵੀ ਚੱਲ ਹੋਰ ਕੁਝ ਨਹੀਂ ਤਾਂ ਮਨ ਨੂੰ ਆਪਣੇ ਨੂੰ ਹੌਸਲਾ ਤਾਂ ਦਿਆਂਗੇ ਵੀ ਨਹੀਂ 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 ਤੂੰ ਸਹੀ ਹੈ ਬਾਕੀ ਸਾਰੇ ਗਲਤ ਨੇ। ਖੈਰ ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਆਉਣ ਦਿਓ ਜੀ, ਆਉਣ ਦਿਓ। ਟਾਣਾ ਸਾਹਿਬ ਅਕਸਰ ਆਪਾਂ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਜੋ ਤੁਸੀਂ ਸੁਣਦੇ ਹੋ ਉਹਦੇ ਉੱਪਰ ਝੱਟ ਵਿਸ਼ਵਾਸ ਕਰ ਲੈਣਾ ਚਾਹੀਦਾ, ਕੰਨਾਂ ਦਾ ਸੁਣਿਆ ਕਦੇ ਗਲਤ ਨਹੀਂ ਹੁੰਦਾ। ਪਰ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਜੋ ਤੁਸੀਂ ਸੁਣਦੇ ਹੋ ਉਹਦੇ ਉੱਪਰ ਇੱਕਦਮ ਵਿਸ਼ਵਾਸ ਨਾ ਕਰੋ, ਕਿਉਂਕਿ ਝੂਠ ਸੱਚ ਤੋਂ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਫੈਲਦਾ ਹੈ। ਨਹੀਂ, ਇਹ ਤਾਂ ਗੱਲ ਸੱਚੀ ਹੈ ਜੀ। ਦੇਖੋ ਅੱਜ ਕੱਲ੍ਹ ਮੈਂ ਤਾਂ ਇਹ ਗੱਲ ਕਹਿ ਰਿਹਾ ਹੁੰਦਾ ਵੀ ਜੇਕਰ ਤੁਹਾਡੇ ਕੋਲੇ ਕੋਈ ਸਬੂਤ ਹੈ ਤਾਂ ਕਿਸੇ ਤੇ ਯਕੀਨ ਕਰੋ। ਮੈਂ ਤਾਂ ਹਮੇਸ਼ਾ ਇਹ ਬੇਨਤੀ ਕਰਦਾ ਹੁੰਦਾ ਕਿ ਮੈਨੂੰ ਕਿਸੇ ਦੀ ਵੀ ਵੀਡੀਓ ਨਾ ਭੇਜੀ ਜਾਵੇ ਜੇਕਰ ਉਹਦੇ ਵਿੱਚ ਤਰਕ ਤੇ ਤੱਥ ਨਹੀਂ ਆ, ਕਿਉਂਕਿ ਆਪਾਂ ਜਦੋਂ ਇੱਕੋ ਚੀਜ਼ ਨੂੰ ਭਾਵੇਂ ਉਹ ਝੂਠੀ ਹੋਵੇ ਜਦੋਂ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਅੱਗੇ ਅੱਗੇ ਭੇਜੀ ਜਾਂਦੇ ਆ ਤੇ ਫਿਰ ਅਗਲਾ ਵੀ ਤਾਂ ਉਵੇਂ ਹੀ ਹੁੰਦਾ ਨਾ, ਕਿਉਂਕਿ ਜਿਹੋ ਜਿਹੇ ਅਸੀਂ ਆਪ ਸਾਡਾ ਦਾਇਰਾ ਵੀ ਉਹੋ ਜਿਹਾ ਹੀ ਆ। ਫਿਰ ਆਪਾਂ ਉਸ ਬੇਲੋੜੀ ਚੀਜ਼ ਨੂੰ, ਬਿਨਾਂ ਤਰਕ ਵਾਲੀ ਚੀਜ਼ ਨੂੰ, ਬਿਨਾਂ ਤੱਥ ਵਾਲੀ ਚੀਜ਼ ਨੂੰ ਪ੍ਰਚਾਰਦੇ ਬਹੁਤ ਆ। ਸੋ ਇਹ ਹੈ ਜੀ ਕਿ ਤੁਸੀਂ ਝੂਠ ਤੇ ਸੱਚ ਵਿਚਲਾ ਆਪ ਫਰਕ ਸਮਝਿਓ। ਇਹ ਕਾਗਜ਼ ਦੀ ਕੰਧ ਵਰਗਾ ਹੁੰਦਾ ਫਾਸਲਾ, ਵਿਚਾਲੇ ਕਾਗਜ਼ ਦੀ ਕੰਧ ਆ, ਪਰਲੇ ਪਾਰ ਕੁਛ ਹੋਰ ਆ ਤੇ ਉਰਲੇ ਪਾਰ ਕੁਛ ਹੋਰ ਆ। ਸੋ ਬੇਨਤੀ ਇਹ ਜੀ ਕਿ ਅਸੀਂ ਹਕੀਕਤ ਦੇ ਸਨਮੁਖ ਹੋਈਏ, ਸੱਚਾਈ ਕੀ ਆ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਆਪਣੀ ਜ਼ਿੰਦਗੀ ਨੂੰ ਮੁੱਖ ਧਾਰਾ ਦੇ ਵਿੱਚ ਲੈ ਕੇ ਆਈਏ। ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ, ਤੇ ਇਹੀ ਕੰਮ ਮੈਨੂੰ ਲੱਗਦਾ ਅੱਜ ਸਭ ਤੋਂ ਜ਼ਿਆਦਾ ਔਖਾ ਹੈ। ਸੋ ਖੈਰ ਹੁਣ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਜੀ, ਕੀ ਕੁਝ ਚੱਲ ਰਿਹਾ ਪੰਜਾਬ 'ਚ? ਦੇਖੋ ਜੀ, ਪੰਜਾਬ ਦੀ ਸਿਆਸਤ ਵੀ ਬੜੀ ਤਪੀ ਪਈ ਆ। ਪੰਜਾਬ ਦੇ ਵਿੱਚ ਇਸ ਵੇਲੇ ਨਾ ਪੂਰਾ ਤਾਪਮਾਨ ਆ ਜਿਹੜਾ ਜਿਵੇਂ ਉਹ ਚਿੰਗਾੜੇ ਕੱਢਦਾ, ਤੇ ਉਸੇ ਤਰੀਕੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਪੂਰਾ ਭੂੰਪੜਾ ਸੋਇਆ ਪਿਆ। ਸਮਝ ਨਹੀਂ ਆਉਂਦੀ ਵੀ ਭਾਈ ਕੀ ਬਣੂਗਾ ਉਹਦੇ ਸਮੇਂ ਦੇ ਵਿੱਚ, ਆਉਂਦੇ ਮਿੰਟਾਂ ਦੇ ਵਿੱਚ ਕੀ ਤੋਂ ਕੀ ਬਣ ਜਾਣਾ। ਲੱਗੇ ਕੱਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉੱਤੇ ਸ਼ਬਦ ਵਾਰ ਕੀਤਾ ਗਿਆ। ਉਹ ਕਹਿੰਦੇ ਜੀ ਮੈਂ ਗਿਆ ਸੀਗਾ ਹਿਮਾਚਲ ਪ੍ਰਦੇਸ਼ ਦੇ ਵੱਲ ਮੈਚ ਦੇਖਣ ਦੇ ਲਈ, ਧਰਮਸ਼ਾਲਾ ਦੇ ਵੱਲ। ਉੱਥੇ ਮੈਨੂੰ ਇੱਕ ਕ੍ਰਿਕਟ ਖਿਡਾਰੀ ਮਿਲਿਆ, ਉਹ ਮੈਨੂੰ ਪਾਸੇ ਜੇ ਲੈ ਗਿਆ। ਉਹ ਕਹਿੰਦਾ ਵੀ ਮੈਂ ਕਿਉਂਕਿ ਕ੍ਰਿਕਟ ਕੋਟੇ ਦੇ ਵਿੱਚ ਸੀ, ਖਿਡਾਰੀਆਂ ਦੇ ਕੋਟੇ ਦੇ ਵਿੱਚ ਸੀ, ਤੇ ਪਹਿਲਾਂ ਮੈਂ ਹੋਰ ਪਾਸੇ ਸੀਗਾ, ਤੇ ਬਾਅਦ ਦੇ ਵਿੱਚ ਜਦੋਂ ਮੈਂ ਦੱਸਿਆ ਵੀ ਭਾਈ ਮੈਂ ਤਾਂ ਖਿਡਾਰੀਆਂ ਦੇ ਕੋਟੇ ਦੇ ਵਿੱਚ ਆ ਤੇ ਕੈਪਟਨ ਅਮਰਿੰਦਰ ਸਿੰਘ ਉਦੋਂ ਮੁੱਖ ਮੰਤਰੀ ਸੀ, ਉਹ ਕਹਿੰਦੇ ਵੀ ਤੇਰੀ ਗੱਲ ਬਣ ਜਾਣੀ ਆ। ਪਰ ਉਦੋਂ ਤੱਕ ਉਹ ਬਦਲ ਗਏ, ਚਰਨਜੀਤ ਸਿੰਘ ਚੰਨੀ ਹੋਰੀ ਮੁੱਖ ਮੰਤਰੀ ਬਣ ਗਏ। ਉਹ ਕਹਿੰਦਾ ਫਿਰ ਮੈਂ ਇਹਨਾਂ ਦੇ ਕੋਲੇ ਗਿਆ ਤੇ ਚੰਨੀ ਸਾਹਿਬ ਨੂੰ ਦੱਸਿਆ ਜੀ ਕਿ ਮੈਂ ਖਿਡਾਰੀ ਆ, ਮੈਂ ਭਰਤੀ ਹੋਣਾ ਚਾਹੁੰਦਾ, ਮੇਰੀ ਆ ਯੋਗਤਾ, ਆ ਮੇਰੇ ਸਰਟੀਫਿਕੇਟ ਆ, ਸਾਰਾ ਕੁਝ ਮੇਰਾ ਆਹ। ਤਾਂ ਉਹਨਾਂ ਨੇ ਕਿਹਾ ਜੀ ਕਿ ਮੇਰੇ ਭਾਣਜੇ ਦੇ ਨਾਲ ਮੇਲ ਕਰ ਲਓ, ਉਹਨਾਂ ਨੂੰ ਮਿਲ ਲਓ। ਤੇ ਭਾਣਜੇ ਨੂੰ ਮਿਲਿਆ ਤੇ ਭਾਣਜੇ ਨੇ ਅੱਗੋਂ 2 ਉਂਗਲਾਂ ਕਰਤੀਆਂ, ਕਹਿੰਦਾ ਵੀ 2 ਰੱਖਿਓ ਤਿਆਰ, 2 ਲੈ ਆਇਓ। ਉਹ ਕਹਿੰਦਾ ਜੀ ਮੈਂ ਸੋਚਿਆ ਵੀ ਸ਼ਾਇਦ 2 ਲੱਖ ਦੀ ਗੱਲ ਕਰਦੇ, ਮੈਂ ਅਗਲੀ ਮਿਲਣੀ ਦੇ ਉੱਤੇ 2 ਲੱਖ ਰੁਪਇਆ ਲੈ ਗਿਆ। ਤੇ ਕਹਿਣ ਦੇ ਮੁਤਾਬਕ ਭਾਣਜੇ ਨੇ ਗਾਲਾਂ ਕੱਢੀਆਂ ਬੜੀਆਂ ਖਤਰਨਾਕ। ਉਹ ਕਹਿੰਦਾ 2 ਦਾ ਮਤਲਬ 2 ਲੱਖ ਨਹੀਂ ਹੁੰਦਾ, 2 ਕਰੋੜ ਹੁੰਦਾ। ਤੇ ਮੁੱਖ ਮੰਤਰੀ ਨੇ ਗੱਲ ਕਹੀ ਆ ਭਗਵੰਤ ਮਾਨ ਨੇ ਵੀ ਭਾਈ ਇਹਨਾਂ ਦੇ ਵਾਸਤੇ ਤਾਂ 2 ਦਾ ਮਤਲਬ 2 ਕਰੋੜ ਹੁੰਦਾ ਸੀ, ਇਹ 2 ਲੱਖ ਨਹੀਂ ਸੀ ਹੁੰਦਾ। 2000 ਬਾਰੇ ਤੈਨੂੰ ਪਤਾ ਹੀ ਨਹੀਂਗਾ, ਇਹ 2 ਕਰੋੜ ਤੋਂ ਤਾਂ ਆਪਦਾ ਵੱਟਾ ਸ਼ੁਰੂ ਕਰਦੇ ਆ। ਸੋ ਇਹਨਾਂ ਗੱਲਾਂ ਦੇ ਉੱਤੇ ਕਲਪੇ ਆ ਚੰਨੀ ਸਾਹਿਬ। ਚੰਨੀ ਸਾਹਿਬ ਆਪਦੇ ਸਾਥੀਆਂ ਦੇ ਸਮੇਤ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਏ, ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬ 'ਚ। ਉਹਨਾਂ ਨੇ ਜਾ ਕੇ ਉੱਥੇ ਅਰਦਾਸ ਕੀਤੀ ਤੇ ਸਹੁੰ ਚੁੱਕੀ ਆ। ਉਹ ਕਹਿੰਦੇ ਦੇਖੋ ਮੈਨੂੰ ਕੀਤਾ ਜਾ ਰਿਹਾ ਬਦਨਾਮ, ਮੈਂ ਹੁਣ ਡਿਗਰੀ ਹਾਸਲ ਕੀਤੀ, ਮੁੱਖ ਮੰਤਰੀ ਸਾਹਿਬ ਮੇਰੇ ਮਗਰ ਤਾਂ ਪੈ ਗਏ, ਮੈਂ ਜਦੋਂ ਵੀ ਕੋਈ ਕੰਮ ਕਰਦਾ ਮੇਰੇ ਮਗਰ ਕੋਈ ਨਾ ਕੋਈ ਪੈ ਜਾਂਦਾ, ਮੈਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਤੇ ਮੈਨੂੰ ਸਿੱਖਾਂ ਦੇ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੱਚਾਈ ਇਹ ਹੈ ਕਿ ਮੈਂ ਕਦੇ 1 ਰੁਪਈਆ ਕਿਸੇ ਤੋਂ ਲਿਆ ਨਹੀਂ। ਸੱਚਾਈ ਇਹ ਕਿ ਮੈਂ ਕਦੇ ਕੋਈ ਬਦਲੀ ਦਾ, ਮੈਂ ਕਦੇ ਕੋਈ ਭਰਤੀ ਦਾ 1 ਰੁਪਈਏ ਦਾ ਰਮਾਦਾਰ ਨਹੀਂ ਆ। ਮੇਰੇ ਕਿਸੇ ਰਿਸ਼ਤੇਦਾਰ ਨੂੰ ਮੈਂ ਕਦੇ ਨਹੀਂ ਕਿਹਾ ਵੀ ਭਾਈ ਜਾ ਕੇ ਤੁਸੀਂ ਪੈਸਾ ਲਓ। ਆਹ 2 ਕਰੋੜ ਵਾਲੀਆਂ ਗੱਲਾਂ ਗਲਤ ਆ। ਜੇਕਰ ਮੈਂ ਇਹ ਕੁਝ ਕੀਤਾ ਹੈ ਤਾਂ ਸੱਚਾ ਪਾਤਸ਼ਾਹ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਹੱਥ ਜੋੜ ਕੇ ਕਿਹਾ ਕਿ ਸੱਚਾ ਪਾਤਸ਼ਾਹ ਕੱਖ ਨਾ ਰਵੇ ਉਹਦਾ ਜਿਹਨੇ ਆਹ ਕੁਝ ਕੀਤਾ। ਤੇ ਉਹਨਾਂ ਨੇ ਕਿਹਾ ਜੀ ਭਗਵੰਤ ਮਾਨ ਸਾਹਿਬ ਵੀ ਸਹੁੰ ਚੁੱਕ ਲੈਣ। ਹੁਣ ਪੱਤਰਕਾਰਾਂ ਨੇ ਅੱਜ ਭਗਵੰਤ ਮਾਨ ਸਾਹਿਬ ਨੂੰ ਸਵਾਲ ਕਰਤਾ। ਉਹ ਕਹਿੰਦੇ ਵੀ ਚੰਨੀ ਹੋਰੀ ਤਾਂ ਆਹ ਗੱਲ ਕਹਿੰਦੇ ਵੀ ਤੁਸੀਂ ਹੁਣ ਇਹਦੇ ਬਾਰੇ ਕੀ ਕਹੋਗੇ। ਤਾਂ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਸਾਬਕਾ ਚੰਨੀ ਸਾਹਿਬ, ਉਹ 2-4 ਦਿਨਾਂ ਦੇ ਵਿੱਚ ਆਪਦੇ ਭਤੀਜੇ ਤੇ ਭਾਣਜਾਂ ਦੇ ਬਾਰੇ ਪਤਾ ਕਰ ਲੈਣ ਵੀ ਭਾਈ ਉਹ ਪੈਸੇ ਮੰਗਦੇ ਸੀ ਕਿ ਨਹੀਂ ਮੰਗਦੇ। ਪਰ ਜੇ ਕਿਤੇ ਮੈਂ ਉਹ ਖਿਡਾਰੀ ਨੂੰ ਲਿਆਂਦਾ ਜਿਹਦੇ ਕੋਲੋਂ ਪੈਸੇ ਮੰਗੇ ਗਏ ਸੀ, 2 ਕਰੋੜ ਵਾਲੀ ਗੱਲ ਸੀ, ਤੇ ਫਿਰ ਭਾਈ ਇਹਨਾਂ ਨੂੰ ਉੱਤਰ ਦੇਣਾ ਔਖਾ ਹੋ ਜਾਣਾ। ਯਾਨੀ ਕਿ ਸਾਬਕਾ ਤੇ ਵਰਤਮਾਨ ਮੁੱਖ ਮੰਤਰੀ ਦਰਮਿਆਨ 2 ਕਰੋੜ ਰੁਪਏ ਦੇ ਚੱਕਰ ਦਾ ਰੌਲਾ ਪੈ ਗਿਆ। ਹੁਣ ਦੋਵਾਂ ਦੇ ਵਿੱਚੋਂ ਸੱਚਾ ਕੌਣ ਆ ਝੂਠਾ ਕੌਣ ਆ ਵਕਤ ਦੱਸੂਗਾ। ਪਰ ਜਦੋਂ ਆਪਣੇ ਕੋਲ ਹੋਰ ਕੋਈ ਵੀ ਸਬੂਤ ਨਾ ਹੋਵੇ, ਆਪਾਂ ਕਹਿੰਦੇ ਵੀ ਮਹਾਰਾਜ ਜਾਣਦਾ, ਆ ਜਾ ਆਪਾਂ ਸਹੁੰ ਚੁੱਕ ਲੈਂਦੇ ਆ, ਆ ਜਾ ਗੁਰੂ ਘਰ ਚੱਲਦੇ ਆ। ਤੇ ਭਾਈ ਇੱਥੇ ਵੀ ਗੱਲ ਗੁਰੂ ਘਰ ਦੇ ਵਿੱਚ ਜਾ ਕੇ ਸਹੁੰ ਚੁੱਕਣ ਤੱਕ ਮੁੱਕ ਗਈ ਹੈ। ਬਾਕੀ ਵਕਤ ਦੱਸੂਗਾ ਵੀ ਚੰਨੀ ਸਾਹਿਬ ਦਾ ਬਣਦਾ ਕੀ ਹੁੰਦੇ ਸਮੇਂ 'ਚ।
ਪਰ ਟਾਣਾ ਸਾਹਿਬ ਪਤਾ ਨਹੀਂ ਕਿਉਂ ਮੈਨੂੰ ਇਹ ਲੱਗਣ ਲੱਗ ਗਿਆ ਕਿ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਨਾ ਉਹ ਕਿਤੇ ਨਾ ਕਿਤੇ ਹੁਣ ਮਹੱਲਿਆਂ ਵਾਲੀ ਰਾਜਨੀਤੀ ਬਣ ਕੇ ਰਹਿ ਗਈ ਹੈ। ਜਿਵੇਂ ਮਹੱਲਿਆਂ ਦੇ ਵਿੱਚ ਲੋਕ ਆਪਸ ਦੇ ਵਿੱਚ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਬਹਿਸਦੇ ਰਹਿੰਦੇ ਨੇ, ਕਿਸੇ ਨਾ ਕਿਸੇ ਮੁੱਦੇ ਦੇ ਉੱਪਰ ਵਿਚਾਰ ਇਦਾਂ ਕਰਦੇ ਰਹਿੰਦੇ ਨੇ, ਕੋਈ ਕਿਸੇ ਬਾਰੇ ਕੁਝ ਕਹਿੰਦਾ, ਕੋਈ ਕਿਸੇ ਬਾਰੇ ਕੁਝ ਕਹਿੰਦਾ। ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਇਹੀ ਗੱਲਾਂ ਸਿਰਫ ਹੋਣ ਲੱਗ ਗਈਆਂ। ਇਹਦੇ ਨਾਲ ਜੋ ਵੀ ਇਹ ਗੱਲਾਂ ਚੱਲ ਰਹੀਆਂ, ਚਲੋ ਇੱਕ ਸੈਕਿੰਡ ਦੇ ਲਈ ਜੇਕਰ ਆਪਾਂ ਇਹ ਮੰਨ ਵੀ ਲਈਏ ਕਿ ਜਿਹੜੀ ਬੀਤੇ ਵਰੇ ਦੇ ਵਿੱਚ ਜਿਹੜੀਆਂ ਸਰਕਾਰਾਂ ਸੀ ਜਾਂ ਬੀਤੀਆਂ ਜਿਹੜੀਆਂ ਸਰਕਾਰਾਂ ਨੇ, ਪਹਿਲੀਆਂ ਸਰਕਾਰਾਂ ਨੇ, ਉਹਨਾਂ ਦੇ ਵੱਲੋਂ ਲੋਕਾਂ ਨੂੰ ਤੰਗ ਕੀਤਾ ਗਿਆ, ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਧੱਕਾ ਕੀਤਾ ਗਿਆ, ਤਾਂ ਹੀ ਤਾਂ ਲੋਕਾਂ ਨੇ ਉਹਨਾਂ ਨੂੰ ਪਾਸੇ ਕਰ ਦਿੱਤਾ। ਹੁਣ ਤਾਂ ਅਸਲ ਦੇ ਵਿੱਚ ਲੋਕ ਕੰਮ ਚਾਹੁੰਦੇ ਨੇ ਵੀ ਜੇ ਉਹਨਾਂ ਨੂੰ ਪਾਸੇ ਕੀਤਾ ਤਾਂ ਜਿਹੜੀ ਵਰਤਮਾਨ ਸਰਕਾਰ ਹੈ ਉਹ ਕੋਈ ਕੰਮ ਕਰਕੇ ਦਿਖਾਵੇ, ਹੈ ਨਾ। ਬੀਤੇ ਤੋਂ ਬਾਅਦ ਮਤਲਬ ਸੱਪ ਨਿਕਲ ਗਿਆ, ਲਕੀਰ ਪਿੱਟਣ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੁੰਦਾ ਕਦੇ ਵੀ। ਹੁਣ ਪੰਜਾਬ ਦੇ ਮੁੱਦਿਆਂ ਦੀ ਗੱਲ ਕਿਉਂ ਨਹੀਂ ਹੁੰਦੀ? ਬਿਲਕੁਲ ਜੀ, ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ, ਪਰ ਗੱਲ ਇਹ ਹੈ ਜੀ ਕਿ ਸਮੇਂ ਨੇ ਸਾਰਾ ਕੁਝ ਬਿਆਨ ਕਰਨਾ, ਕੌਣ ਸੱਚਾ, ਕੌਣ ਝੂਠਾ, ਕੌਣ ਗਲਤ, ਕੌਣ ਸਹੀ ਆ, ਇਹ ਬਿਲਕੁਲ ਸ਼ੀਸ਼ੇ ਦੇ ਵਾਂਗੂ ਸਮੇਂ ਨੇ ਸਭ ਕੁਝ ਸਾਹਮਣੇ ਲਿਆਉਣਾ। ਮੈਂ ਨਹੀਂ ਕਹਿਣਾ ਵੀ ਭਾਈ ਫਲਾਣੇ ਨੇ ਫਲਾਣੇ ਨੂੰ ਗਲਤ ਕਿਹਾ ਤੇ ਉਹ ਗਲਤ ਹੋ ਗਿਆ, ਕਿਉਂਕਿ ਸਾਡੇ ਵਿੱਚੋਂ ਕਈ ਲੋਕ ਤਾਂ ਇਹ ਆ ਵੀ ਜੇਕਰ ਉਹਦੇ ਉੱਤੇ ਦੋਸ਼ ਲਾਤਾ ਉਹਨੂੰ ਗਾਲਾਂ ਕੱਢਣ ਲੱਗ ਜਾਂਦੇ ਆ, ਉਹਨੇ ਉਹਦੇ ਤੇ ਲਾਤਾ ਉਹਨੂੰ ਉਹਦੇ ਬਾਰੇ ਲੱਗ ਪੈਂਦੇ ਆ। ਪਰ ਸਮੇਂ ਤੋਂ ਵੱਧ ਤਾਕਤਵਰ ਕੁਝ ਨਹੀਂ, ਸਮੇਂ ਨੇ ਸਾਰੀ ਕਹਾਣੀ ਆਪੇ ਸਾਫ਼ ਕਰ ਦੇਣੀ ਹੈ ਜੀ। ਬਿਲਕੁਲ ਸਹੀ ਕਿਹਾ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਟਾਣਾ ਸਾਹਿਬ, ਉਧਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਬਿਆਨ ਦਿੱਤਾ ਹੈ, ਉਸ ਬਿਆਨ ਤੋਂ ਬਾਅਦ ਇੱਕ ਨਵੀਂ ਚਰਚਾ ਛਿੜ ਗਈ ਹੈ ਜੀ। ਕਹਿੰਦੇ ਵੀ ਸਾਡਾ ਕੋਈ ਇਰਾਦਾ ਹੀ ਹੈ ਨਹੀਂ ਗੱਠਜੋੜ ਕਰਨ ਦਾ ਕਿਸੇ ਦੇ ਨਾਲ। ਹਰਮਨ ਜੀ, ਪਹਿਲੀ ਗੱਲ ਤਾਂ ਇਹ ਵੀ ਮੈਂ ਤੁਹਾਡੇ ਘਰੇ ਆਵਾਂ ਤੇ ਸੋਚ ਕੇ ਆਵਾਂ ਵੀ ਅੱਜ ਤੁਸੀਂ ਮੈਨੂੰ ਕੈਂਪਾ ਕੋਲਾ ਪਿਆਉਣਾ, ਮੈਂ ਸੋਚ ਕੇ ਆਵਾਂ ਵੀ ਅੱਜ ਤਾਂ ਇਹਨਾਂ ਨੇ ਮੈਨੂੰ ਰੂਹ ਅਫਜ਼ਾ ਪਿਆਉਣਾ, ਮੈਂ ਸੋਚ ਕੇ ਆਵਾਂ ਵੀ ਅੱਜ ਤਾਂ ਕੋਲਡ ਕਾਫੀ ਪਿਆਉਣਗੇ ਤੇ ਤੁਸੀਂ ਮੈਨੂੰ ਥੜੇ ਤੇ ਚੜਨ ਦਿਓ। ਤੇ ਭਾਈ ਇਸ ਕਰਕੇ ਮੈਂ ਆਪਦਾ ਬਾਹਰੋਂ ਹੀ ਪੀ ਕੇ ਜਾਵਾਂ, ਜਾਂ ਮੈਂ ਆਪਦਾ ਕਿਤੇ ਹੋਰ ਪ੍ਰਬੰਧ ਕਰ ਲਾਂ, ਜਾਂ ਮੈਂ ਕਹਾਂ ਵੀ ਮੈਂ ਤਾਂ ਪੀਂਦਾ ਹੀ ਨਹੀਂਗਾ, ਮੈਨੂੰ ਤਾਂ ਮਿੱਠਾ ਚੰਗਾ ਨਹੀਂ ਲੱਗਦਾ, ਮੇਰੇ ਤਾਂ ਛਾਤੀ ਜਾਮ ਹੋ ਜਾਂਦੀ ਵੀ ਭਾਈ ਮੈਂ ਤਾਂ ਠੰਡਾ ਪੀਣਾ ਹੀ ਨਹੀਂਗਾ, ਮੈਨੂੰ ਲੋੜ ਨਹੀਂਗੀ, ਮੈਨੂੰ ਭਾਵੇਂ ਤੁਹਾਡਾ ਟੱਬਰ ਕਹੀ ਜਾਵੇ ਪੀ ਲਓ ਪੀ ਲਓ ਪੀ ਲਓ, ਮੈਂ ਕਹਾਂ ਨਾ ਆਪਾਂ ਨੂੰ ਨਹੀਂ ਪਸੰਦ। ਸੋ ਇਹ ਗੱਲ ਅਕਾਲੀ ਦਲ ਦੇ ਕੁਝ ਕੁ ਆਗੂਆਂ ਨੂੰ ਵੀ ਸੋਚਣੀ ਵਿਚਾਰਨੀ ਚਾਹੀਦੀ ਆ। ਉਹਦਾ ਕਾਰਨ ਇਹ ਵੀ ਪਿਛਲੇ ਕਈ ਦਿਨਾਂ ਤੋਂ ਬੀਜੇਪੀ ਦੇ ਵੱਖ-ਵੱਖ ਆਗੂ ਇੱਕੋ ਗੱਲ ਕਹਿੰਦੇ ਆ ਕਿ ਭਾਈ ਆਹ ਦੇਖੋ ਜੀ, ਇਹਨਾਂ ਨੇ ਤਾਂ ਜੀ ਗੱਠਜੋੜ ਕਰਨ ਦੀ ਗੱਲ ਕਰਦੇ ਸੀ ਤਾਂ ਗੱਠਜੋੜ ਕਰਨਾ ਹੀ ਨਹੀਂ, ਸਾਨੂੰ ਗੱਠਜੋੜ ਕਰਨ ਦੀ ਲੋੜ ਹੀ ਨਹੀਂ, 2024 ਦੀਆਂ ਚੋਣਾਂ ਇਕੱਲੇ ਤੌਰ ਤੇ ਲੜਾਂਗੇ, ਅਸੀਂ ਤਾਂ ਜੀ 13 ਦੀਆਂ 13 ਸੀਟਾਂ ਵਾਸਤੇ ਤਿਆਰੀ ਕਰੀ ਬੈਠੇ ਆ, ਅਕਾਲੀ ਦਲ ਦੇ ਨਾਲ ਜਦੋਂ ਵੀ ਗੱਠਜੋੜ ਕੀਤਾ ਸਾਨੂੰ ਮਹਿੰਗਾ ਪਿਆ, ਅਸੀਂ ਤਾਂ ਜੀ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਪਕੜ ਮਜ਼ਬੂਤ ਕਰ ਲਈ ਆ। ਆ ਬੀਜੇਪੀ ਨੇ ਵੀ ਗੱਲ ਕਹੀ ਸੀ ਕਿ ਜਲੰਧਰ ਦੀ ਜ਼ਮੀਨੀ ਚੋਣ ਦੇ ਵਿੱਚ, ਉਪ ਚੋਣ ਦੇ ਵਿੱਚ 2 ਸੀਟਾਂ ਦੇ ਉੱਤੇ ਅਸੀਂ ਪਹਿਲੇ ਨੰਬਰ ਦੇ ਉੱਤੇ ਵੀ ਆਏ ਆ, ਜਲੰਧਰ ਦੀਆਂ ਸੀਟਾਂ ਦੇ ਉੱਤੇ, ਇਸ ਕਰਕੇ ਸਾਨੂੰ ਕਿਸੇ ਦੀ ਜ਼ਰੂਰਤ ਹੀ ਨਹੀਂ ਆ। ਤੇ ਉਧਰੋਂ ਅਕਾਲੀ ਦਲ ਦੇ ਕੁਝ ਕੁ ਨੇਤਾ ਇਸ ਗੱਲ ਦੀ ਆਸ ਲਾਈ ਬੈਠੇ ਵੀ ਉਧਰੋਂ ਕੋਈ ਨਾ ਕੋਈ ਹੰਦਰੂ ਹੁੰਗਾਰਾ ਆਊਗਾ, ਗੱਠਜੋੜ ਹੋ ਜਾਊਗਾ। ਤੇ ਪੰਜਾਬ ਦੇ ਲੋਕ ਵੀ ਇਸ ਗੱਲ ਦਾ ਅੰਦਾਜ਼ਾ ਲਾ ਰਹੇ ਸੀ ਵੀ ਸ਼ਾਇਦ ਇਹ ਗੱਠਜੋੜ ਹੋ ਜਾਣਾ ਹੋ ਜਾਣਾ ਹੋ ਜਾਣਾ ਹੋ ਜਾਣਾ ਹੋ ਜਾਣਾ। ਪਰ ਹੁਣ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੀਜੇਪੀ ਜਾਂ ਕਿਸੇ ਵੀ ਹੋਰ ਪਾਰਟੀ ਨਾਲ ਗੱਠਜੋੜ ਕਰਨ ਦੀ ਕੋਈ ਤੁਕ ਨਹੀਂ ਬਣਦੀ, ਸਾਡਾ ਗੱਠਜੋੜ ਇਸ ਵੇਲੇ ਬਸਪਾ ਦੇ ਨਾਲ ਬਿਲਕੁਲ ਦਰੁਸਤ ਚੱਲ ਰਿਹਾ ਹੈ। ਤੇ ਨਾਲ ਹੀ ਉਹਨਾਂ ਨੇ ਗੱਲ ਕਹੀ ਹੈ ਕਿ ਭਾਜਪਾ ਪਤਾ ਨਹੀਂ ਕਿਉਂ ਵਾਰ-ਵਾਰ ਇਹ ਗੱਲ ਕਰ ਰਹੀ ਹੈ ਕਿ ਸਾਨੂੰ ਤਾਂ ਗੱਠਜੋੜ ਦੀ ਲੋੜ ਹੀ ਨਹੀਂ, ਸਾਨੂੰ ਤਾਂ ਗੱਠਜੋੜ ਦੀ ਲੋੜ ਹੀ ਨਹੀਂ। ਤੇ ਗੱਠਜੋੜ ਕਰਨ ਵਾਸਤੇ ਕਿਹਾ ਕੀ ਨੇ ਉਹਨਾਂ ਨੂੰ, ਸਵਾਲ ਤਾਂ ਇਹ ਆ। ਸੋ ਉਹਨਾਂ ਨੇ ਬੜੇ ਮਹੱਤਵਪੂਰਨ ਇਹ ਸਵਾਲ ਕੀਤੇ ਆ ਵੀ ਕੋਈ ਆਲੇ ਦੁਆਲੇ ਜੇਕਰ ਜ਼ੋਰ ਲਾਈ ਜਾਂਦਾ ਵੀ ਗੱਠਜੋੜ ਕਰ ਲਓ, ਗੱਠਜੋੜ ਹੋ ਜਾਣਾ ਚਾਹੀਦਾ, ਗੱਠਜੋੜ ਕਰਾਂਗੇ, ਗੱਠਜੋੜ ਕਰਾਂਗੇ, ਜਿੰਨੀ ਦੇਰ ਤੱਕ ਸੀਨੀਅਰ ਲੀਡਰਸ਼ਿਪ ਆਪਸ ਦੇ ਵਿੱਚ ਗੱਲਬਾਤ ਨਹੀਂ ਕਰਦੀ, ਕਿਸੇ ਵੀ ਪਾਰਟੀ ਦੀ ਗੱਲ ਕਰੋ, ਉਨੀ ਦੇਰ ਤੱਕ ਤਾਂ ਗੱਠਜੋੜ ਹੁੰਦਾ ਵੀ ਨਹੀਂ ਤੇ ਗੱਠਜੋੜ ਟੁੱਟਦਾ ਵੀ ਨਹੀਂ। ਜੇ ਗੱਠਜੋੜ ਤੋੜਨ ਵੇਲੇ ਸੀਨੀਅਰ ਲੀਡਰਸ਼ਿਪ ਦਾ ਯੋਗਦਾਨ ਸੀ ਤੇ ਗੱਠਜੋੜ ਜੋੜਨ ਵੇਲੇ ਵੀ ਤਾਂ, ਗੱਠਜੋੜ ਕਰਨ ਦੇ ਵੇਲੇ ਵੀ ਤਾਂ ਉਹਨਾਂ ਦਾ ਯੋਗਦਾਨ ਹੋਊਗਾ ਨਾ। ਵੀ ਜ਼ੋਰ ਮੈਂ ਲਾਈ ਜਾਵਾਂ ਵੀ ਗੱਠਜੋੜ ਹੋ ਜਾਣਾ ਚਾਹੀਦਾ, ਜ਼ੋਰ ਮੈਂ ਲਾਈ ਜਾਵਾਂ ਗੱਠਜੋੜ ਟੁੱਟ ਜਾਣਾ ਚਾਹੀਦਾ, ਇਹਦੀ ਕੋਈ ਤੁਕ ਨਹੀਂ ਬਣਦੀ। ਉਹ ਕਹਿੰਦੇ ਵੀ ਸੀਨੀਅਰ ਲੀਡਰਸ਼ਿਪ ਨੇ ਕੋਈ ਵਿਚਾਰ ਨਹੀਂ ਕੀਤਾ ਤੇ ਗੱਠਜੋੜ ਕਰਨ ਦੀ ਕੋਈ ਲੋੜ ਨਹੀਂ ਮਹਿਸੂਸ ਹੁੰਦੀ। ਬਸਪਾ ਦੇ ਨਾਲ ਸਾਡਾ ਗੱਠਜੋੜ ਆ, ਬਿਲਕੁਲ ਸਹੀ ਤਰੀਕੇ ਨਾਲ ਚੱਲ ਰਿਹਾ। ਤੇ ਭਾਜਪਾ ਨੂੰ ਵੀ ਵਾਰ-ਵਾਰ ਇਹ ਬਿਆਨ ਨਹੀਂ ਦੇਣੇ ਚਾਹੀਦੇ ਅਸੀਂ ਗੱਠਜੋੜ ਨਹੀਂ ਕਰਨਾ, ਅਸੀਂ ਗੱਠਜੋੜ ਨਹੀਂ ਕਰਨਾ, ਅਸੀਂ ਨਹੀਂ ਗੱਠਜੋੜ ਕਰਨਾ। ਅੱਛਾ ਜੀ, ਬਿਲਕੁਲ ਠੀਕ ਹੈ ਜੀ। ਅਗਲੇ ਕਹਿੰਦੇ ਵੀ ਸਾਡੀ ਮਰਜ਼ੀ ਹੈ, ਅਸੀਂ ਨਹੀਂ ਕਰਨਾ ਗੱਠਜੋੜ, ਹੈ ਨਾ। ਪਰ ਗੱਲ ਇਹ ਹੈ ਟਾਣਾ ਸਾਹਿਬ ਵੀ ਹਰ ਕਿਸੇ ਦੀਆਂ ਨਜ਼ਰਾਂ ਵੈਸੇ ਵਾਕਈ ਸਿਰਫ ਤੇ ਸਿਰਫ ਇਸ ਗੱਲ ਦੇ ਉੱਪਰ ਹੀ ਟਿਕੀਆਂ ਹੋਈਆਂ ਵੀ ਕੀ ਗੱਠਜੋੜ ਹੁੰਦਾ ਹੈ ਜਾਂ ਫਿਰ ਨਹੀਂ। ਜਦੋਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਇਸ ਦੁਨੀਆ ਤੋਂ ਰੁਖਸਤ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ, ਉਸ ਤੋਂ ਬਾਅਦ ਵਿੱਚ ਤੋਂ ਇਹ ਕਿਆਸਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਵੀ ਲੈ ਵੀ ਹੁਣ ਗੱਠਜੋੜ ਹੋਊਗਾ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਆਏ ਸੀ ਉੱਥੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ। ਉਸ ਤੋਂ ਬਾਅਦ ਵਿੱਚ ਕਿਆਸਰੀਆਂ ਲੱਗਣੀਆਂ ਸ਼ੁਰੂ ਹੋਈਆਂ ਤੇ ਉਸ ਤੋਂ ਬਾਅਦ ਹਰ ਇੱਕ ਜ਼ੁਬਾਨ ਦੇ ਉੱਪਰ ਤਕਰੀਬਨ ਇਹੀ ਗੱਲ ਹੈ ਕਿ ਗੱਠਜੋੜ ਹੋ ਜਾਣਾ ਹੈ, ਕੋਈ ਕਹਿੰਦਾ ਨਹੀਂ ਹੋਣਾ, ਕੋਈ ਕਹਿੰਦਾ ਹੋ ਜਾਣਾ, ਕੋਈ ਕਹਿੰਦਾ ਨਹੀਂ ਹੋਣਾ। ਹੁਣ ਪਤਾ ਨਹੀਂ, ਦੇਖੋ ਇਹ ਤਾਂ ਆਉਣ ਵਾਲਾ ਸਮਾਂ ਦੱਸੋ, ਕਿਉਂਕਿ ਸਿਆਸਤ ਦੇ ਵਿੱਚ ਟਾਣਾ ਸਾਹਿਬ ਚਾਹੇ ਕੋਈ ਕੁਝ ਵੀ ਕਹਿੰਦਾ ਰਹੇ, ਪਰ ਸਿਆਸਤ 'ਚ ਕਦੋਂ ਕੀ ਹੋ ਜਾਵੇ ਇਹਦੇ ਬਾਬਤ ਪਹਿਲਾਂ ਹੀ ਕੁਝ ਨਹੀਂ ਕਿਹਾ ਜਾ ਸਕਦਾ।
ਦੇਖੋ ਇੱਕ ਤਾਂ ਗੱਲ ਇਹ ਹੈ ਕਿ ਵੱਡੇ ਬਾਦਲ ਸਾਹਿਬ ਦਾ ਸਤਿਕਾਰ ਬਹੁਤ ਕਰਦੇ ਸੀ। ਪ੍ਰਧਾਨ ਮੰਤਰੀ ਸਾਹਿਬ ਇਸੇ ਕਰਕੇ ਚੰਡੀਗੜ੍ਹ ਦੇ ਵਿੱਚ ਪਾਰਟੀ ਦਫ਼ਤਰ ਦੇ ਵਿੱਚ ਉਹਨਾਂ ਨੂੰ ਸਭ ਤੋਂ ਪਹਿਲਾਂ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਜਾਣਾ ਵੀ ਚਾਹੀਦਾ। ਫਿਰ ਆਪਾਂ ਜਾਣਦੇ ਕਿ ਜੇਪੀ ਨੱਡਾ ਸਾਹਿਬ ਨੇ ਜਿਹੜੇ ਰਾਸ਼ਟਰੀ ਪ੍ਰਧਾਨ ਬੀਜੇਪੀ ਦੇ ਉਹ ਵੀ ਬਾਦਲ ਪਿੰਡ ਦੇ ਵੱਲ ਗਏ। ਫਿਰ ਅਮਿਤ ਸ਼ਾਹ ਸਾਹਿਬ ਨੇ ਜਿਹੜੇ ਕਿ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਉਹ ਵੀ ਉੱਥੇ ਪਹੁੰਚੇ। ਕਈ ਕੇਂਦਰੀ ਮੰਤਰੀ ਹੋਰ ਵੀ ਪਹੁੰਚੇ, ਪਰ ਇਹਦੇ ਨਾਲ ਇੱਕ ਅੰਦਾਜ਼ਾ ਲੱਗਣ ਲੱਗ ਪਿਆ ਸੀ ਵੀ ਸ਼ਾਇਦ ਗੱਠਜੋੜ ਹੋ ਜਾਣਾ। ਪਰ ਉਹ ਇੱਕ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਤਰੀਕਾ ਸੀ, ਸਤਿਕਾਰ ਦੇਣ ਦਾ ਤਰੀਕਾ ਸੀ, ਗੱਠਜੋੜ ਕਰਨ ਦੀ ਭਾਵਨਾ ਪਾਲਣ ਵਾਲਾ ਨਹੀਂ ਸੀ। ਪਰ ਜਦੋਂ ਗੱਠਜੋੜ ਦੀ ਆਪਾਂ ਗੱਲ ਕਰਦੇ ਹਾਂ ਨਾ ਤਾਂ ਕੁਝ ਕੁ ਜਿਹੜੇ ਲੋਕ ਆ ਉਹ ਵੀ ਅੰਦਾਜ਼ੇ ਲਾਉਂਦੇ ਆ, ਮੀਡੀਆ ਵੀ ਕੁਝ ਕੁ ਅੰਦਾਜ਼ੇ ਲਾਉਂਦਾ। ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲਾਂ ਨੇ ਇਕੱਠੇ ਨੇ ਟਾਹਲੀ ਦੇ ਬੂਟੇ ਲਾਏ ਆ ਤੇ ਇੱਕ ਥਾਂ ਦੇ ਉੱਤੇ ਕੋਈ ਵਰਕਾ ਜਾਂ ਕੋਈ ਕਾਪੀ ਆ ਜਿਹੜੀ ਉਹ ਦੋਵੇਂ ਜਾਣੇ ਕੁਝ ਦੇਖ ਰਹੇ ਆ ਉਸ ਵਰਕੇ ਦੇ ਉੱਤੇ, ਤੇ ਲੋਕਾਂ ਨੇ ਅੰਦਾਜ਼ੇ ਇਸ ਗੱਲ ਦੇ ਲਾਏ ਵੀ ਸ਼ਾਇਦ ਨੇੜਤਾ ਵੱਧ ਗਈ ਆ, ਹੁਣ ਗੱਠਜੋੜ ਹੋ ਜਾਵੇ। ਪਰ ਉਹ ਗੱਠਜੋੜ ਮਨਪ੍ਰੀਤ ਬਾਦਲ ਨੇ ਥੋੜੀ ਕਰਵਾਉਣਾ, ਉਹ ਗੱਠਜੋੜ ਤਾਂ ਕਰਨਾ ਪਾਰਟੀ ਦੇ ਸੁਪਰੀਮੋ ਨੇ। ਮਨਪ੍ਰੀਤ ਬਾਦਲ ਤਾਂ ਹੁਣ ਸ਼ਾਮਲ ਹੋਇਆ ਬੀਜੇਪੀ ਦੇ ਵਿੱਚ। ਹਾਂ, ਉਹ ਇਹ ਗੱਲ ਕਹਿ ਸਕਦੇ ਆ ਵੀ ਭਾਈ ਸੋਚ ਲਓ ਜੇਕਰ ਤੁਹਾਨੂੰ ਠੀਕ ਲੱਗੇ ਤਾਂ, ਪਰ ਉਹ ਕੋਈ ਇੰਨੀ ਆਖਰੀ ਤਾਕਤ ਥੋੜੀ ਹੈ ਵੀ ਕਹਿਣਗੇ ਵੀ ਚਲੋ ਆ ਜਾਓ ਮੈਂ ਲੈ ਕੇ ਚੱਲਦਾ, ਮੇਰੇ ਕਰਕੇ ਤੁਸੀਂ ਹੈਗੇ ਆ, ਮੇਰੇ ਕਰਕੇ ਕਰਨਾ ਪੈਣਾ ਤੁਹਾਨੂੰ ਗੱਠਜੋੜ। ਐਦਾਂ ਦੀ ਗੱਲ ਕੋਈ ਵੀ ਨਹੀਂ ਆ। ਸੋ ਆ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹਨਾਂ ਨੇ ਦੁੱਖ ਦਾ ਇਜ਼ਹਾਰ ਕੀਤਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ, ਉਹਨਾਂ ਨੇ ਵੀ ਕੀਤਾ। ਵੱਡੇ ਬਾਦਲ ਸਾਹਿਬ ਦੇ ਚਲਾਣੇ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਰਨਾ ਵੀ ਚਾਹੀਦਾ ਸ਼ਿਸ਼ਟਾਚਾਰ ਦੇ ਨਾਤੇ। ਕੁਝ ਕੁ ਲੋਕਾਂ ਨੇ ਹੁਣ ਕਹਿਣਾ ਸ਼ੁਰੂ ਕਰਤਾ, ਲਓ ਜੀ ਆਹ ਦੇਖੋ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਇਹਨਾਂ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਜੱਫੀ ਪੈ ਗਈ ਆ। ਕੈਪਟਨ ਸਾਹਿਬ ਬੀਜੇਪੀ ਦੇ ਵਿੱਚ ਆ, ਸੁਖਬੀਰ ਸਿੰਘ ਬਾਦਲ ਦੇ ਨਾਲ ਗੱਠਜੋੜ ਕਰਵਾ ਦੇਣਗੇ, ਅਕਾਲੀ ਦਲ ਤੇ ਬੀਜੇਪੀ ਇਕੱਠੇ ਹੋ ਜਾਣਗੇ। ਪਰ ਇਹ ਵੀ ਸਾਡੇ ਇੱਕ ਅੰਦਾਜ਼ੇ ਆ, ਆਖਰੀ ਮੌਕੇ ਦੇ ਉੱਤੇ ਪਤਾ ਨਹੀਂ ਕੀ ਤੋਂ ਕੀ ਹੋ ਜਾਣਾ। ਪਰ ਫਿਲਹਾਲ ਵੇਲੇ ਤੋਂ ਪਹਿਲਾਂ ਦੇ ਅੰਦਾਜ਼ੇ ਆ, ਕਿਉਂਕਿ ਸੰਗਰੂਰ ਦੇ ਵਿੱਚ ਬੀਜੇਪੀ ਦੀ ਪੰਜਾਬ ਕਾਰਜਕਾਰਨ ਦੀ ਇੱਕ ਮੀਟਿੰਗ ਹੋਈ ਆ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਬੂਥ ਪੱਧਰ ਦੇ ਉੱਤੇ, ਪਿੰਡ ਪੱਧਰ ਦੇ ਉੱਤੇ, ਹਲਕਾ ਪੱਧਰ ਦੇ ਉੱਤੇ, ਕੱਲੇ ਘਰ ਦੇ ਪੱਧਰ ਦੇ ਉੱਤੇ ਖੁਦ ਜਾ ਕੇ ਪ੍ਰਚਾਰ ਕਰਾਂਗੇ। ਸਾਡੀ ਪਾਰਟੀ ਦੇ ਵਰਕਰ ਪ੍ਰਚਾਰ ਕਰਨਗੇ, 13 ਦੀਆਂ 13 ਸੀਟਾਂ ਤੇ ਖੁਦ ਚੋਣ ਲੜਾਂਗੇ। ਹੁਣ ਅਕਾਲੀ ਦਲ ਨੂੰ ਵੀ ਸ਼ੀਸ਼ਾ ਦੱਸਿਆ ਵੀ ਭਾਈ ਅਸੀਂ ਤਾਂ ਗੱਠਜੋੜ ਕਰਨ ਬਾਰੇ ਤੁਹਾਨੂੰ ਕਹਿੰਦੇ ਹੀ ਨਹੀਂ, ਮਾੜਾ ਮੋਟਾ ਸਟੈਂਡ ਰੱਖਣਾ ਚਾਹੀਦਾ। ਇਹ ਮੈਂ ਵੀ ਕਹਿਣਾ, ਹਾਂ ਲੋੜ ਦੇ ਸੌਦੇ ਆ, ਜੇ ਉਹਨਾਂ ਨੂੰ ਲੋੜ ਨਹੀਂ ਮਹਿਸੂਸ ਹੁੰਦੀ ਤੇ ਆਪਾਂ ਵੀ ਲੰਮੇ ਨਾ ਪਈਏ, ਪਰ ਜੇਕਰ ਉਹਨੂੰ ਲੋੜ ਮਹਿਸੂਸ ਹੁੰਦੀ ਤਾਂ ਆਪਾਂ ਜੱਫੀ ਜ਼ਰੂਰ ਪਾਈਏ। ਸੋ ਇਹ ਹੈ ਜੀ ਕਿ ਹਾਲ ਦੀ ਘੜੀ ਇਹਦੇ ਉੱਤੇ ਕੁਐਸਚਨ ਮਾਰਕ ਜਿਹਨੂੰ ਕਹਿੰਦੇ ਆ ਨਾ, ਸਵਾਲੀਆ ਨਿਸ਼ਾਨ ਜਿਹਾ ਲੱਗ ਗਿਆ ਵੀ ਬਣੂਗਾ ਕੀ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਲਓ ਜੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ ਦੋ ਗੱਲਾਂ ਨੇ ਤੇ ਦੋਵੇਂ ਗੌਰ ਨਾਲ ਸੁਣਿਓ। ਚਲੋ ਜੀ। ਬੈਠੇ ਤੁਸੀਂ ਠੰਡੀ ਥਾਂ ਦੇ ਉੱਤੇ, ਤੁਸੀਂ ਮੇਰੀ ਗੱਲ ਦੇ ਵੱਲ ਗੌਰ ਘੱਟ ਕਰਦੇ ਹੁੰਦੇ ਵੈਸੇ ਵੀ, ਪਰ ਅੱਜ ਜ਼ਰੂਰ ਗੌਰ ਕਰਿਓ। ਪਹਿਲੀ ਗੱਲ ਤਾਂ ਇਹ ਹੈ ਵੀ ਕਰਤਾਰਪੁਰ ਦੇ ਲਾਂਘੇ ਦੇ ਉੱਤੇ ਭੈਣ ਭਰਾ 75 ਵਰਿਆਂ ਬਾਅਦ ਇਕੱਠੇ ਹੋਏ ਆ। ਬੇਬੇ ਮਹਿੰਦਰ ਕੌਰ ਤੇ ਸਕਾ ਭਰਾ ਜਿਹੜਾ, ਉਹ ਦੋਵੇਂ ਜਣੇ ਇਕੱਠੇ ਹੋਏ ਆ। ਦੋਵਾਂ ਦੀਆਂ ਅੱਖਾਂ ਦੇ ਵਿੱਚੋਂ ਪਰਲ ਅਥਰੂ ਡਿੱਗੇ ਆ, ਗਲੇਡੂ ਡਿੱਗੇ ਆ। ਦੋਵਾਂ ਨੇ ਭੈਣ ਭਰਾਵਾਂ ਨੇ ਘੁੱਟ ਕੇ ਗਲਵਕੜੀ ਪਾਈ ਆ। ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ, ਜਦੋਂ ਕਿ ਭਾਰਤ ਦੇ ਵਿੱਚੋਂ ਇੱਕ ਹਿੱਸਾ ਪਾਕਿਸਤਾਨ ਨਿਕਲ ਕੇ ਬਣ ਗਿਆ, ਤੇ ਉਸ ਵਕਤ ਪਤਾ ਲੱਗਾ ਵੀ ਭਾਈ ਕੁਝ ਕੁ ਪਰਿਵਾਰਕ ਜੀ ਪਰਲੇ ਪਾਰ ਚਲੇ ਗਏ ਤੇ ਕੁਝ ਕੁ ਪਰਿਵਾਰਕ ਜੀ ਇਧਰਲੇ ਪਾਸੇ ਰਹਿ ਗਏ। ਫਿਰ ਗੱਲਾਂ ਖਤਮ ਹੋ ਗਈਆਂ, ਜ਼ਿੰਦਗੀ ਦੇ ਵਿੱਚ ਹੋਰ ਰਾਹ ਰਸਤੇ ਅਖਤਿਆਰ ਕਰ ਲਏ। ਪਰ ਪਿਛਲੇ ਕੁਝ ਕੁ ਸਮੇਂ ਤੋਂ ਸੋਸ਼ਲ ਮੀਡੀਆ ਦੇ ਰਾਹੀਂ ਪਤਾ ਲੱਗਾ ਵੀ ਭੈਣ ਭਰਾ ਹਾਲੇ ਜਿਉਂਦੇ ਨੇ। ਦੋਵਾਂ ਦੇ ਮਿਲਾਨ ਦਾ ਸਬਬ ਬਣ ਸਕਦਾ ਤੇ ਦੋਵਾਂ ਨੂੰ ਪਰਿਵਾਰ ਦੇ ਬਾਕੀ ਜੀਆਂ ਦੇ ਵੱਲੋਂ ਮਿਲਾਇਆ ਗਿਆ। ਕਰਤਾਰਪੁਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ ਆ ਤੇ ਭੈਣ ਭਰਾ ਉੱਥੇ ਪਹੁੰਚੇ ਜਦੋਂ, ਤੇ ਗਲ ਲੱਗ ਕੇ ਰੋਏ ਵੀ ਆ, ਯਾਦਾਂ ਵੀ ਸਾਂਝੀਆਂ ਕੀਤੀਆਂ, ਸਭ ਕੁਝ ਯਾਦ ਦੇ ਰੂਪ 'ਚ ਤਾਜ਼ਾ ਕੀਤਾ, ਲੰਗਰ ਵੀ ਕਹਿੰਦੇ ਛਕਿਆ ਤੇ ਬਹੁਤ ਭਾਵੁਕ ਹੋਏ ਜੀ। ਟਾਣਾ ਸਾਹਿਬ, ਮੈਨੂੰ ਲੱਗਦਾ ਹੈ ਕਿ ਇਸ ਤੋਂ ਜ਼ਿਆਦਾ ਸੋਹਣੀ ਤੇ ਇਸ ਤੋਂ ਜ਼ਿਆਦਾ ਸਕੂਨ ਵਾਲੀ ਖਬਰ ਕੋਈ ਨਹੀਂ ਹੋ ਸਕਦੀ, ਕਿਉਂਕਿ ਇੱਥੇ ਮਤਲਬ ਜਦੋਂ ਆਪਾਂ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ, ਜਦੋਂ ਆਪਣੇ ਪਿੰਡ ਨੂੰ ਛੱਡ ਕੇ ਕੋਈ ਬੰਦਾ ਸ਼ਹਿਰ ਦੇ ਵਿੱਚ ਜਾਂਦਾ ਹੈ ਜਾਂ ਸ਼ਹਿਰ ਨੂੰ ਛੱਡ ਕੇ ਕੋਈ ਕਿਸੇ ਹੋਰ ਸੂਬੇ 'ਚ ਜਾਂਦਾ ਹੈ, ਕਿਸੇ ਹੋਰ ਸੂਬੇ ਤੋਂ ਕਿਤੇ ਬਾਹਰ ਵੱਲ ਨੂੰ ਉਡਾਰੀ ਭਰਦਾ ਹੈ, ਉਹ ਲੋਕ ਚੰਗੀ ਤਰ੍ਹਾਂ ਇਸ ਦੁੱਖ ਨੂੰ, ਇਸ ਤਕਲੀਫ ਨੂੰ ਸਮਝ ਸਕਦੇ ਨੇ ਕਿ ਆਪਦੇ ਘਰਦਿਆਂ ਤੋਂ, ਆਪਦੇ ਪਿੰਡ ਤੋਂ, ਆਪਦੀਆਂ ਜੜ੍ਹਾਂ ਤੋਂ ਦੂਰ ਰਹਿਣਾ ਕਿੰਨਾ ਜ਼ਿਆਦਾ ਔਖਾ ਤੇ ਦੁਖਦਾਈ ਹੁੰਦਾ ਹੈ ਨਾ। ਤੇ ਇਹਨਾਂ ਨੇ ਤਾਂ ਇੰਨੇ ਸਾਲ ਕੱਢ ਦਿੱਤੇ ਨਾ ਭੈਣ ਭਰਾਵਾਂ ਨੇ। ਸੋ ਮੈਂ ਚੰਗੀ ਤਰ੍ਹਾਂ ਇਸ ਗੱਲ ਨੂੰ ਮਹਿਸੂਸ ਕਰ ਸਕਦੀ ਹਾਂ ਕਿ ਜਦੋਂ ਇੰਨੇ ਵਰਿਆਂ ਬਾਅਦ ਦੋਵੇਂ ਇੱਕ ਦੂਜੇ ਦੇ ਸਾਹਮਣੇ ਆਏ ਹੋਣਗੇ ਤਾਂ ਉਦੋਂ ਕੀ ਉੱਥੇ ਕਿਹੋ ਜਿਹਾ ਮਾਹੌਲ ਹੋਊਗਾ, ਕੀ ਉਹਨਾਂ ਦੇ ਮਨ ਦੇ ਹਾਵ ਭਾਵ ਹੋਣਗੇ, ਕੀ ਉਹਨਾਂ ਦੇ ਦਿਲੋਂ ਦਿਮਾਗ ਦੇ ਉੱਪਰ ਚੱਲ ਰਿਹਾ ਹੋਊਗਾ, ਕਿਹੋ ਜਿਹੇ ਵਿਚਾਰ ਆ ਰਹੇ ਹੋਣਗੇ। ਚੰਗੀ ਤਰ੍ਹਾਂ ਮੈਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੀ ਹਾਂ। ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਸ਼ੇਖ ਅਬਦੁੱਲਾ ਅਜ਼ੀਜ਼ ਸਾਹਿਬ ਨੇ 78 ਸਾਲ ਦੇ ਜਿਹੜੇ ਕਿ ਭਰਾ ਨੇ ਤੇ 81 ਸਾਲਾਂ ਦੀ ਭੈਣ ਹੈਗੀ ਜੀ ਬੇਬੇ ਮਹਿੰਦਰ ਕੌਰ। ਇਹਨਾਂ ਦੋਵਾਂ ਦੀ ਮੁਲਾਕਾਤ ਹੋਈ ਹੈ, ਯਾਨੀ ਕਿ ਦੋਵਾਂ ਭੈਣ ਭਰਾਵਾਂ ਦਾ ਹੁਣ ਮਿਲਾਪ ਹੋਇਆ। ਬਹੁਤ ਚੰਗੀ ਗੱਲ ਆ, ਭੈਣ ਭਰਾ ਇਵੇਂ ਮਿਲਦੇ ਰਹਿਣ। ਦੇਖੋ ਵੰਡ ਦੇ ਵਿੱਚ ਬਹੁਤ ਕੁਝ ਗਵਾਇਆ ਕਿਹਨੇ? ਅਸੀਂ, ਤੁਸੀਂ, ਸਾਡੇ ਆਪਣਿਆਂ ਨੇ। ਸਹੀ। ਹਾਸਲ ਕਿਹਨੇ ਕੀਤਾ? ਸਾਡੇ ਰਾਜਨੀਤਿਕ ਲੋਕਾਂ ਨੇ। ਕਦੇ ਇਹ ਦੇਖਿਆ
ਵੀ ਫਲਾਣਾ ਰਾਜਨੀਤਿਕ ਵਿਅਕਤੀ ਹੈ ਜਿਹੜਾ ਉਹਦਾ ਪਰਿਵਾਰ ਵਿਛੜ ਗਿਆ ਸੀ ਤੇ 75 ਵਰਿਆਂ ਬਾਅਦ ਜਾਂ 70 ਵਰਿਆਂ ਬਾਅਦ ਜਾਂ 65 ਵਰਿਆਂ ਬਾਅਦ ਉਹ ਆਪਸ ਦੇ ਵਿੱਚ ਮਿਲੇ ਆ। ਉਹ ਨਹੀਂ ਵਿਛੜੇ, ਉਹਨਾਂ ਦੇ ਅੱਧੇ ਉਧਰ ਨਹੀਂ ਗਏ ਤੇ ਅੱਧੇ ਇੱਧਰ ਨਹੀਂ ਰਹਿ ਗਏ। ਜਿਹੜੇ ਗਏ ਆ ਉਧਰ ਵੀ ਪੂਰੇ ਦੇ ਪੂਰੇ ਗਏ ਆ, ਜਿਹੜੇ ਇੱਧਰ ਰਹੇ ਆ ਉਹ ਵੀ ਪੂਰੇ ਦੇ ਪੂਰੇ ਰਹੇ ਆ। ਤੇ ਮਾਰ ਕਿਹਨੂੰ ਪਈ ਆ? ਆਮ ਲੋਕਾਂ ਨੂੰ। ਵਿਲਕਦੇ ਕੌਣ ਆ? ਆਮ ਲੋਕ। ਆਪਣੀਆਂ ਕੰਧਾਂ ਦੀ, ਆਪਣੀ ਗਲੀ ਦੀ, ਆਪਣੇ ਗੁਆਂਢ ਦੀ, ਆਪਣੇ ਰਿਸ਼ਤੇਦਾਰਾਂ ਦੀ, ਸੱਜਣਾ ਮਿੱਤਰਾਂ, ਬੇਲੀਆਂ ਦੀ, ਖੇਤਾਂ ਦੀ ਯਾਦ ਕਿਹਨੂੰ ਆਉਂਦੀ ਆ? ਆਮ ਲੋਕਾਂ ਨੂੰ। ਸੋ ਸਰਕਾਰਾਂ ਦੇ ਵੱਲੋਂ ਬਹੁਤ ਕੁਝ ਲੰਘੇ ਵੇਲੇ ਦੇ ਵਿੱਚ ਕੀਤਾ ਗਿਆ ਜਾਂ ਕਰਾਇਆ ਗਿਆ, ਪਰ ਜਦੋਂ ਵੀ ਕਦੇ ਹੁਣ ਵੱਖ-ਵੱਖ ਥਾਵਾਂ ਦੇ ਉੱਤੇ ਗਾਹੇ ਬਗਾਹੇ ਸੋਸ਼ਲ ਮੀਡੀਆ ਦੇ ਰਾਹੀਂ ਭੈਣ ਭਰਾ ਜਾਂ ਕੋਈ ਹੋਰ ਪਰਿਵਾਰਕ ਜੀ ਮਿਲਦੇ ਆ ਤਾਂ ਉਦੋਂ ਨਾ ਗੱਚ ਭਰ ਆਉਂਦਾ, ਵੇਖ ਕੇ ਗੱਚ ਭਰ ਆਉਂਦਾ, ਭਾਵੇਂ ਕੋਈ ਖੂਨ ਦਾ ਰਿਸ਼ਤਾ ਨਾ ਹੋਵੇ, ਵੀ ਯਾਰ ਆਹ ਚਲੋ ਮਿਲਾਪ ਹੋ ਗਿਆ। ਆ ਯਾਰ ਬੰਦੇ ਦੀ ਜ਼ਿੰਦਗੀ ਦਾ ਇੱਕ ਪਲ ਦਾ ਪ੍ਰਵਾਸਾ ਨਹੀਂ ਹੈਗਾ। ਬਾਅਦ ਦੇ ਵਿੱਚ ਤਾਂ ਇਹੀ ਗੱਲਾਂ ਛੱਡਦੀਆਂ, ਯਾਰ ਕਾਸ਼ ਕਿਤੇ 4 ਦਿਨ ਪਹਿਲਾਂ ਮਿਲੇ ਹੁੰਦੇ, ਇਹ ਕੀ ਪਤਾ ਭੈਣ ਭਰਾ ਮਿਲ ਹੀ ਜਾਂਦੇ, ਯਾਰ ਕੀ ਪਤਾ ਭਰਾ ਭਰਾ ਦੇ ਨਾਲ ਮਿਲ ਹੀ ਪੈਂਦਾ, ਯਾਰ ਕੀ ਪਤਾ ਫਲਾਣੇ ਦੇ ਫਲਾਣੇ ਨਾਲ ਮੇਲ ਹੋ ਹੀ ਜਾਂਦਾ। ਪਰ ਆਹ ਬਹੁਤ ਚੰਗਾ ਹੋਇਆ ਵੀ ਭੈਣ ਭਰਾ ਉਮਰ ਦੇ ਇਸ ਪੜਾਅ ਦੇ ਉੱਤੇ ਮਿਲ ਪਏ ਆ। ਉਹਦਾ ਹਰਮਨ ਜੀ ਮੈਂ ਕਦੇ ਕਦੇ ਸੋਚਦਾ ਹੁੰਦਾ ਬਈ ਨਾ ਹਰ ਬੰਦਾ ਇੱਕ ਪ੍ਰਵਾਸ ਜ਼ਰੂਰ ਕੱਟਦਾ। ਅਸੀਂ ਇਹ ਗੱਲ ਕਹਿੰਦੇ ਵੀ ਅਸੀਂ ਪ੍ਰਵਾਸੀ ਹੋਈ ਜਾਂਦੇ ਆ, ਅਸੀਂ ਵਿਦੇਸ਼ਾਂ ਦੇ ਵੱਲ ਜਾਈ ਜਾਂਦੇ ਆ। ਕੋਈ ਵਿਦੇਸ਼ਾਂ ਦੇ ਵੱਲ ਜਾ ਕੇ ਪ੍ਰਵਾਸ ਕੱਟਦਾ, ਕਿਸੇ ਦਾ ਪ੍ਰਵਾਸ ਹੋ ਸਕਦਾ 16 ਘੰਟੇ ਲੰਮਾ, ਯਾਨੀ ਕਿ ਜਹਾਜ਼ ਦੇ ਵਿੱਚ 16 ਘੰਟੇ ਦਾ ਸਫ਼ਰ। ਕਿਸੇ ਦਾ ਪ੍ਰਵਾਸ ਹੋ ਸਕਦਾ ਜੀ ਕਿ ਦਿੱਲੀ ਏਅਰਪੋਰਟ ਤੋਂ ਲੈ ਕੇ 32 ਘੰਟੇ ਦਾ, 28 ਘੰਟੇ ਦਾ, 36 ਘੰਟੇ ਦਾ। ਕਿਸੇ ਦਾ ਪ੍ਰਵਾਸ ਪੰਜਾਬ ਦੇ ਵਿੱਚ ਰਹਿ ਕੇ 2 ਘੰਟੇ ਦਾ, 3 ਘੰਟੇ ਦਾ। ਕਿਸੇ ਦਾ ਭਾਰਤ ਦੇ ਇੱਕ ਸੂਬੇ ਦੇ ਵਿੱਚ ਦੂਜੇ ਸੂਬੇ ਤੱਕ 4, 5, 6 ਘੰਟੇ ਦਾ ਹੋ ਸਕਦਾ। ਪਰ ਪ੍ਰਵਾਸ ਬਹੁਤ ਸਾਰੇ ਲੋਕ ਕੱਟਦੇ ਆ। ਇੱਕ ਪਿੰਡ ਨੂੰ ਛੱਡ ਕੇ ਦੂਜੇ ਪਿੰਡ ਦੇ ਵਿੱਚ ਮਜਬੂਰੀਆਂ 'ਚ ਲੋਕ ਜਾਂਦੇ ਆ, ਪਿੰਡ ਤੋਂ ਬਾਅਦ ਸ਼ਹਿਰ ਜਾਂਦੇ, ਸ਼ਹਿਰ ਤੋਂ ਬਾਅਦ ਕੋਈ ਪਿੰਡ ਆ ਜਾਂਦਾ। ਇਹ ਵੀ ਇੱਕ ਪ੍ਰਵਾਸ ਦੀ ਉਦਾਹਰਨ ਆ। ਸੋ ਗੱਲ ਵੀ ਪ੍ਰਵਾਸ ਦੇ ਵੱਖੋ ਵੱਖਰੇ ਰੂਪ ਆ। ਕਿਸੇ ਨੂੰ ਕਿਵੇਂ ਲੱਗਦਾ, ਕਿਸੇ ਨੂੰ ਕਿਵੇਂ ਲੱਗਦਾ, ਪਰ ਬੰਦਾ ਰੋਜ਼ੀ ਰੋਟੀ ਦੇ ਲਈ ਬਹੁਤ ਕੁਝ ਕਰਦਾ ਕਰਾਉਂਦਾ। ਜਿਹੜੇ ਵੀ ਲੋਕ ਜਿਹੜੀ ਵੀ ਥਾਂ ਦੇ ਉੱਤੇ ਗਏ ਮਜਬੂਰੀ ਦੇ ਵਿੱਚ, ਉਹਨਾਂ ਦੇ ਵੱਲੋਂ ਜਦੋਂ ਆਪਦੇ ਪਿੰਡ ਨੂੰ, ਆਪਣੇ ਨਗਰ ਖੇੜੇ ਨੂੰ ਚੇਤੇ ਕੀਤਾ ਜਾਂਦਾ, ਮਨ ਮੰਦਰ ਦੇ ਵਿੱਚ ਵਸਾ ਕੇ ਰੱਖਿਆ ਜਾਂਦਾ, ਜਦੋਂ ਉਹ ਸਮਾਂ ਕੱਢਦੇ ਆ ਆਪਣੇ ਦੇ ਲਈ ਕੁਝ ਕਰਨ ਦੇ ਲਈ ਔਲਦੇ ਆ, ਉਦੋਂ ਚੰਗਾ ਲੱਗਦਾ ਵੀ ਯਾਰ ਇਹਨਾਂ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਨਾ, ਉਹਦੇ ਰਾਹੀਂ ਇਹੀ ਪਤਾ ਲੱਗਦਾ ਕਿ ਅੰਦਰਲਾ ਮਨੁੱਖ ਮਰਿਆ ਨਹੀਂ, ਇਹ ਹਾਲੇ ਅੰਦਰੋਂ ਜਿਉਂਦੇ ਆ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਹੰਡਾਇਆ ਤਾਂ ਅਸੀਂ ਤੁਸੀਂ ਹੈ, ਇਹਨਾਂ ਸਿਆਸਤਦਾਨਾਂ ਨੇ, ਵੱਡੇ ਲੋਕਾਂ ਨੇ ਤਾਂ ਕਦੇ ਵੀ ਨਹੀਂ ਕੁਝ ਇਹੋ ਜਿਹਾ ਹੰਡਾਇਆ। ਤੁਸੀਂ ਵੇਖੋ ਅੱਜ ਵੀ ਜੇਕਰ ਅਸੀਂ ਪ੍ਰਵਾਸ ਕਰ ਰਹੇ ਹਾਂ, ਅੱਜ ਵੀ ਜੇਕਰ ਅਸੀਂ ਆਪਣੀਆਂ ਜੜ੍ਹਾਂ ਨੂੰ ਛੱਡ ਕੇ ਦੂਰ ਜਾ ਰਹੇ ਹਾਂ, ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਕਾਰਨ ਤਾਂ ਇਹੀ ਹੈ ਵੀ ਇਹਨਾਂ ਦੀਆਂ ਨੀਤੀਆਂ ਮਾੜੀਆਂ ਨੇ। ਇਹਨਾਂ ਨੇ ਸਾਡੇ ਲਈ ਹਾਲਾਤ ਇਹੋ ਜਿਹੇ ਪੈਦਾ ਕਰ ਦਿੱਤੇ ਕਿ ਅਸੀਂ ਆਪਦੇ ਮੁਲਕ ਦੇ ਵਿੱਚ ਹੀ ਰਹਿ ਕੇ ਜਿਹੜਾ ਆਪਣਾ ਚੰਗਾ ਭਵਿੱਖ ਨਹੀਂ ਦੇਖ ਪਾ ਰਹੇ, ਜਿਹਦੇ ਕਰਕੇ ਸਾਨੂੰ ਸਾਡਾ ਪਿੰਡ, ਸਾਡਾ ਘਰ, ਸਾਡਾ ਮੁਲਕ ਛੱਡ ਕੇ ਤੇ ਫਿਰ ਕਿਸੇ ਹੋਰ ਮੁਲਕ ਦੇ ਵਿੱਚ ਜਾਣਾ ਪੈ ਰਿਹਾ। ਸੋ ਹੁਣ ਵੀ ਕਿਤੇ ਨਾ ਕਿਤੇ ਜੋ ਇੰਨੇ ਸਾਲ ਪਹਿਲਾਂ ਵਾਪਰਿਆ ਸੀ, ਉਹੀ ਸਾਰਾ ਕੁਝ ਮੈਂ ਕਹਾਂਗੀ ਅੱਜ ਵੀ ਵਾਪਰ ਰਿਹਾ, ਵੀ ਇਹਨਾਂ ਦੀਆਂ ਮਾੜੀਆਂ ਨੀਤੀਆਂ ਦਾ ਕਰਕੇ ਫਿਰ ਤੋਂ ਆਮ ਲੋਕਾਂ ਨੂੰ ਇਸ ਪ੍ਰਵਾਸ ਨੂੰ ਹੰਡਾਉਣਾ ਪੈ ਰਿਹਾ। ਬਿਲਕੁਲ ਸਹੀ ਗੱਲ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਬੈਠੇ ਹਾਂ ਅੱਜ ਅਸੀਂ ਕੈਮਰੇ ਦੇ ਬਿਲਕੁਲ ਸਾਹਮਣੇ ਡੱਬੇ ਦੇ ਵਿੱਚ ਬੰਦ ਹੋ ਕੇ। ਉਧਰਲੇ ਪਾਰ ਹੈਗੇ ਜੀ ਹਰਮਨ ਸਿੰਘ ਜੀ, ਕਿਉਂਕਿ ਇਹ ਪੰਜਾਬੋਂ ਬਾਹਰ ਨੇ ਤੇ ਇਸ ਵੇਲੇ ਠੰਡੀਆਂ ਹਵਾਵਾਂ ਨੂੰ ਮਾਨਣ ਗਏ ਹੋਏ ਆ। ਟੱਬਰ ਦੇ ਸਮੇਤ ਇਹ ਗਏ ਹੋਏ ਆ ਤੇ ਕਹਿੰਦੇ ਵੀ ਭਾਈ ਕੋਈ ਗੱਲ ਨਹੀਂ, ਤੇ ਸਾਨੂੰ ਵੀ ਕਿਹੜਾ ਕੋਈ ਗੱਲ ਹੈਗੀ ਆ, ਆਪਣੀ ਵੀ ਵੇਲਣੇ 'ਚ ਬਾਂਹ ਨਹੀਂ ਆਈ। ਠੀਕ ਆ, ਆਪਾਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਆ। ਠੀਕ ਹੋ? ਬਿਲਕੁਲ ਠੀਕ ਆ ਟਾਣਾ ਸਾਹਿਬ। ਕਦੇ ਕਿਸੇ ਦੀ ਵਾਰੀ ਆਉਂਦੀ ਹੈ, ਕਦੀ ਕਿਸੇ ਦੀ ਆਉਂਦੀ ਹੈ। ਇਹ ਤਾਂ ਵੀਰ ਜੀ ਆਈ ਲਓ, ਇਹ ਤਾਂ ਦਿਨ 4 ਠਹਿਰ ਜੋ, ਜਦੋਂ ਆ ਕੇ ਕਹਾਣੀ ਜੀ ਪੇਸ਼ ਕਰਨ ਲੱਗੇ ਮੈਂ ਕਹਿਣਾ ਗੋ ਮਿੰਟ ਗਾਉਨ ਹੋ ਜੋ। ਸਾਰੀਆਂ ਹੀ ਫਾਰਮਾਂ ਸੁਣਾ ਦੇਣੀਆਂ ਪੂਰੀਆਂ ਜੀ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਇੱਕ ਨਵੀਂ ਜਾਣਕਾਰੀ ਆ ਗਈ ਆ। ਇਹ ਪਤਾ ਲੱਗਾ ਜੀ ਬਰੇਲੀ ਤੋਂ ਖਬਰ ਆਈ ਆ, ਬਰੇਲੀ ਤੋਂ ਝੁਮਕਾ ਗਿਰਾ ਰਹੇ ਬਰੇਲੀ ਕੇ ਬਾਜ਼ਾਰ में, ਜਿੱਥੇ ਝੁਮਕਾ ਡਿੱਗਿਆ ਸੀਗਾ। ਲਓ ਜੀ, ਉੱਥੇ ਪਤਾ ਲੱਗਾ ਵੀ ਲਾੜਾ ਭੱਜ ਗਿਆ। ਕਿਉਂ? ਲਾੜਾ ਮੰਡਪ ਦੇ ਵਿੱਚੋਂ ਭੱਜ ਪਿਆ। ਨਹੀਂ ਐਡੀ ਕੀ ਗੱਲ ਹੋ ਗਈ? ਕਿਹੜੀ ਚੀਜ਼ ਉਹਨੂੰ ਚੰਗੀ ਨਹੀਂ ਤੇ ਲੱਗੀ? ਲਾੜੀ ਆ ਜਿਹੜੀ, ਉਹਨੇ ਕੀਤਾ ਪਿੱਛਾ। ਲਾੜਾ ਜਦੋਂ ਭੱਜ ਪਿਆ, ਸਿਹਰਿਆਂ ਸਮੇਤ ਹੀ ਭੱਜ ਪਿਆ। ਉਹ ਭੱਜ ਕੇ ਇੱਕ ਬੱਸ ਦੇ ਵਿੱਚ ਚੜ੍ਹ ਗਿਆ ਤੇ ਲਾੜੀ ਨੇ ਵੀ ਪਿੱਛੇ ਕਾਰ ਲਵਾ ਲਈ। ਲਓ ਜੀ, ਫਿਰ ਪੂਰਾ ਜਿਵੇਂ ਫਿਲਮਾਂ ਦੇ ਵਿੱਚ ਨਹੀਂ ਹੁੰਦਾਗਾ ਵੀ ਭਾਈ ਡਾਕੂ ਦੇ ਪਿੱਛੇ ਹੀਰੋ ਲੱਗਾ ਤੇ ਜਾਂ ਫਿਰ ਪੁਲਿਸ ਲੱਗੀ ਹੁੰਦੀ ਡਾਕੂ ਦੇ ਪਿੱਛੇ। ਤੇ ਲਓ ਵੀ ਆ ਪੂਰੀਆਂ ਗੱਡੀਆਂ ਦੀ ਪੂਰੀ ਭੱਜ ਨੱਠ ਹੋ ਰਹੀ ਆ ਤੇ ਭਾਈ ਗੱਡੀ ਆ ਜਿਹੜੀ ਉਹ ਜਾ ਕੇ ਮੂਹਰੇ ਲਾ ਲੈਂਦੇ ਕੁੜੀ ਵਾਲੇ ਤੇ ਫਿਰ ਲਾੜੇ ਨੂੰ ਬੱਸ ਦੇ ਵਿੱਚੋਂ ਕੱਢਦੀ ਉਹ ਬਾਹਰ ਤੇ ਸੜਕ ਦੇ ਉੱਤੇ ਪੂਰਾ ਕਰਦੇ ਡਰਾਮਾ। ਪਤਾ ਨਹੀਂ ਮੁੰਡੇ ਨੂੰ ਕੋਈ ਮਾੜੀ ਗੱਲ ਲੱਗੀ ਹੋਊਗੀ ਕੁੜੀ ਦੀ, ਜਾਂ ਕੁੜੀ ਨੂੰ ਕੋਈ ਮੁੰਡੇ ਦੀ ਗੱਲ ਮਾੜੀ ਲੱਗੀ ਹੋਣੀ ਆ ਤੇ ਮੁੰਡੇ ਦੇ ਖਸਮਾਂ ਨੂੰ ਖਾਂਦਾ ਮੈਂ ਤਾਂ ਤੇਰੇ ਨਾਲ ਵਿਆਹ ਨਹੀਂ ਕਰਾਉਂਦਾਗਾ, ਫੁਰ ਹੋ ਗਿਆ ਉਹ। ਲਓ ਜੀ, ਫਿਰ ਉਹ 20 ਕਿਲੋਮੀਟਰ ਪਿੱਛਾ ਕਰਕੇ ਲਾੜੀ ਨੇ ਤੇ ਲਾੜਾ ਆਪਦਾ ਹੋਣ ਵਾਲਾ ਪਤੀ ਰੋਕ ਲਿਆ। ਲਓ ਜੀ, ਫਿਰ ਸੜਕ ਦੇ ਉੱਤੇ ਚੰਗਾ ਹੋਇਆ ਡਰਾਮਾ
ਤੇ ਉਸ ਤੋਂ ਬਾਅਦ ਕਹਿੰਦੇ ਵੀ ਦੋਵਾਂ ਨੇ ਵਿਆਹ ਕਰਵਾਇਆ ਤੇ ਵੀਡੀਓ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਆ ਵੀ ਲਾੜਾ ਨਿਕਲ ਚੱਲਿਆ ਸੀ ਬਹਿ ਕੇ। ਜੇ ਕਿਤੇ ਲਾੜੀ ਥੋੜਾ ਕੁ ਪਿੱਛਾ ਨਾ ਕਰਦੀ ਤੇ ਬਸ ਫੇਰ ਤਾਂ ਕੰਮ ਹੋ ਗਿਆ ਸੀਗਾ, ਹੱਥ ਦੇ ਵਿੱਚੋਂ ਵਿਲਾ ਨਿਕਲ ਗਿਆ ਸੀ। ਅੱਛਾ ਜੀ, ਮਤਲਬ ਇਹ ਤਾਂ ਮਸਾ ਹੀ ਕਿਤੇ ਬਚਾਅ ਹੋਇਆ ਕਹਿ ਸਕਦੇ ਆ। ਹਾਂ, ਪਰ ਹੁੰਦਾ ਨਹੀਂ ਹੁੰਦਾ ਇਸ ਤਰੀਕੇ ਦੇ ਨਾਲ। ਪਰ ਇਧਰਲੇ ਪਾਸੇ ਜਿਹੜੀ ਲਾੜੀ ਆ ਉਹਨੇ ਸਿਆਣਪ ਵਰਤ ਲਈ ਤੇ ਜੇ ਕਿਤੇ ਲਾੜੀ ਕਰੀਏ ਜੀ ਮੈਂ ਸੱਚੀ ਹਾਂ, ਮੈਂ ਸਹੀ ਹਾਂ, ਇਹ ਗੰਦਾ ਇਹ ਆ, ਇਹਨੂੰ ਤਾਂ ਅਕਲ ਹੀ ਨਹੀਂ ਆ, ਤੇ ਫਿਰ ਤਾਂ ਕੰਮ ਹੋ ਗਿਆ ਸੀ। ਨਾ ਟਾਣਾ ਸਾਹਿਬ, ਫਿਰ ਤਾਂ ਕੱਲੀ ਉਹਦੇ ਤੱਕ ਗੱਲ ਥੋੜੀ ਰਹਿਣੀ ਸੀ, ਫਿਰ ਤਾਂ ਉਹਦੇ ਦਾਦੇ ਪੜਦਾਦੇ ਟੱਬਰ ਸਾਰੇ ਵਿੱਚ ਲਪੇਟੇ ਦੇ ਆ ਜਾਣੇ ਸੀ। ਹਾਂ ਬਿਲਕੁਲ ਸਹੀ ਗੱਲ ਆ। ਪਰ ਇਹ ਵੀ ਇਹ ਇੱਕ ਬੜਾ ਵੈਸੇ ਵੀ ਮੈਂ ਕਦੇ ਕਦੇ ਸੋਚਦਾ ਤੁਸੀਂ ਚੁੱਪ ਕਰੋ ਗੱਲ ਸੁਣਿਆ ਕਰੋ ਪੂਰੀ। ਗੱਲ ਇਹ ਹੈ ਵੀ ਇਸ ਵੇਲੇ ਨਾ ਬੜੀ ਮਹੱਤਵਪੂਰਨ ਇਹ ਸੋਚਣ ਵਿਚਾਰਨ ਵਾਲਾ ਨੁਕਤਾ ਕਿ ਨਿੱਕੀ ਨਿੱਕੀ ਗੱਲ ਦਾ ਮਸਲਾ ਕਿਵੇਂ ਬਣ ਜਾਂਦਾ। ਆ ਪਿਛਲੇ ਦਿਨੀ ਖਬਰ ਆਈ ਵੀ ਉਹ ਨਾ ਜਦੋਂ ਉਹ ਵੀਡੀਓ ਵੀ ਮੈਂ ਦੇਖੀ, ਉਹਦੇ ਵਿੱਚ ਜਦੋਂ ਉਹ ਪਾਉਣ ਲੱਗੇ, ਉਹ ਗਲ ਦੇ ਵਿੱਚ ਹਾਰ ਪਾਉਣ ਲੱਗੇ ਇੱਕ ਦੂਜੇ ਦੇ, ਤੇ ਉਹ ਕੋਈ ਕਹਿੰਦੇ ਵੀ ਭਾਈ ਹਾਰ ਆ ਨਾ ਜਿਹੜਾ, ਉਹ ਜਦੋਂ ਕੋਈ ਲਾੜੀ ਮੜ ਜਾਂ ਪਛਾਂ ਹੋ ਜਾ ਕਰੇ, ਉਹ ਵੀ ਕਲੋਲ ਜੀ ਕਰਨੀ ਸੀ ਵੀ ਮੇਰੇ ਸਿਰ ਦਾ ਸਾਈਆਂ ਮੈਂ ਬੜਾ ਜਾਂ ਠਿੱਠ ਜਾ ਕਰਾਂ ਇਹਨੂੰ, ਤੇ ਲਾੜੇ ਨੂੰ ਆ ਗਿਆ ਗੁੱਸਾ, ਉਹਨੇ ਹਾਰ ਮਾਰਿਆ ਚਲਾ ਕੇ ਮੂੰਹ ਤੇ, ਕਹਿੰਦਾ ਚੱਕ ਫਰਾਬ ਦਾ ਆਪੇ ਪਾ ਲਾ। ਲੋ ਜੀ ਉਸ ਤੋਂ ਬਾਅਦ ਜੰਗ ਛਿੜ ਪਈ। ਜਿਹਦੇ ਜੋ ਹੱਥ ਦੇ ਵਿੱਚ ਆ ਕੌਲੀਆਂ ਪਿਆਲੀਆਂ ਨਾਸਾਂ ਦੇ ਉੱਤੇ ਜੋ ਚਮਚੇ ਆਉਂਦੇ, ਜੋ ਕੁਝ ਪ੍ਰਾਂਤਾਂ ਆਉਂਦੀਆਂ, ਨੱਪੀ ਤਰੀ ਆਉਂਦੇ ਕਿੱਲੀ, ਮੈਂ ਕਿਹਾ ਇਹਦੇ ਨਾਲ ਤਾਂ ਹਾਰ ਹੀ ਪਵਾ ਲੈਂਦੇ। ਹੁਣ ਇੱਕ ਦੂਜੇ ਦੀ ਫੋਟੋ ਤੇ ਹਾਰ ਪਾਉਣ ਨੂੰ ਫਿਰਦੇ ਆ, ਤੇ ਵੈਸੇ ਹੀ ਹਾਰ ਪਵਾ ਲੈਣਾ ਸੀਗਾ। ਜੀ ਅੱਜ ਕੱਲ ਤਾਂ ਵੈਸੇ ਵੀ ਟਾਣਾ ਸਾਹਿਬ ਸੋਸ਼ਲ ਮੀਡੀਆ ਦਾ ਜ਼ਮਾਨਾ, ਇੰਸਟਾਗ੍ਰਾਮ ਦੇ ਉੱਪਰ ਆ ਫੇਸਬੁੱਕ ਦੇ ਉੱਪਰ ਬੜੀਆਂ ਸਾਰੀਆਂ ਵੀਡੀਓਜ਼ ਆਉਂਦੀਆਂ ਨੇ ਸਾਹਮਣੇ ਆ ਵਿਆਹਾਂ ਨੂੰ ਲੈ ਕੇ, ਜਿਹਦੇ 'ਚ ਕਦੇ ਕੁਛ ਹੁੰਦਾ ਹੋਇਆ ਦਿਖਾਈ ਦਿੰਦਾ ਹੈ, ਕਦੇ ਕੋਈ ਲੜ ਪਿਆ, ਕਦੇ ਕੋਈ ਰਸਗੁੱਲਾ ਖਵਾਉਣ ਪਿੱਛੇ ਲੜ ਪਿਆ, ਕੋਈ ਹਾਰ ਪਵਾਉਣ ਪਿੱਛੇ ਲੜ ਪਿਆ। ਇਹ ਲੜਾਈਆਂ ਦੇ ਪਿੱਛੇ ਤਾਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਹੋਈਆਂ ਨੇ। ਹਾਂ ਬਿਲਕੁਲ ਸਹੀ ਗੱਲ ਆ। ਪਰ ਭਾਈ ਇਹਨਾਂ ਦਾ ਫਾਇਦਾ ਕੋਈ ਨਹੀਂਗਾ, ਇਹ ਅਸਲ ਵਿੱਚ ਤਮਾਸ਼ਾ ਹੀ ਬਣਦਾ, ਜੱਗ ਹਸਾਈ ਦਾ ਪਾਤਰ ਬਣਦੇ ਆ। ਨਹੀਂ ਬਣਦੀ ਖਸਮਾਂ ਨੂੰ ਖਾਵੇ ਜੀ ਤੁਸੀਂ ਅੱਡ ਤੇ ਉਹ ਅੱਡ, ਐਵੇਂ ਆਪਦਾ ਜਲੂਸ ਕਾਤੋਂ ਕੱਢਦੇ। ਤੇ ਬੰਦੇ ਨੂੰ ਭੁਲੇਖੇ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਮੇਰੇ ਵੱਲੋਂ ਬਹੁਤਾ ਬੋਲਣ ਦੇ ਕਰਕੇ ਮੇਰੇ ਨੰਬਰ ਬਣ ਰਹੇ ਆ ਤੇ ਮੈਂ ਸਿੱਧੀਆਂ ਹੀ ਆਹ ਗੱਲਾਂ ਕਹਿਤੀਆਂ। ਜਲੂਸ ਕਿੰਨਾ ਨਿਕਲਦਾ ਉਹ ਕਦੇ ਕਿਸੇ ਆਪਣੇ ਨੂੰ, ਜੇਕਰ ਤੁਹਾਡਾ ਕੋਈ ਆਪਣਾ ਬਾਕੀ ਹੈ ਤਾਂ ਉਹਨੂੰ ਭੇਜ ਕੇ ਉਸ ਥਾਂ ਦੇ ਉੱਤੇ ਸਰਵੇ ਕਰਵਾ ਲੈਣਾ ਚਾਹੀਦਾ ਵੀ ਮੇਰੇ ਬਾਰੇ ਕੋਈ ਕੀ ਕਹਿੰਦਾ ਸੀ। ਨਹੀਂ ਤਾਂ ਚਵੜ ਕਰਨ ਵਾਲੇ ਲੋਕਾਂ ਦਾ ਮਸਲਾ ਵਿਗੜਦਾ ਹੀ ਹੁੰਦਾ ਤੇ ਸਿਆਣਾ ਚੁੱਪ ਕਰਕੇ ਬਹਿ ਕੇ ਨਿਕਲਣ ਦੇ ਵਿੱਚ ਹੀ ਭਲਾਈ ਸਮਝਦਾ ਹੁੰਦਾ। ਇਹ ਗੱਲ ਪੱਲੇ ਦੇ ਨਾਲ ਬੰਨ ਲੈਣੀ ਚਾਹੀਦੀ ਹੈ। ਪਰ ਅਗਲੀ ਗੱਲ ਹਰਮਨ ਜੀ ਬੜੀ ਗੌਰ ਦੇ ਨਾਲ ਸੁਣਨ ਵਾਲੀ ਹੈ। ਭਾਰਤ ਦੇ ਉਹ ਪਹਿਲਵਾਨ ਜਿਹੜੇ ਕਿ ਮਿੱਟੀ ਨਾਲ ਮਿੱਟੀ ਹੋ ਕੇ ਮੈਡਲ ਹਾਸਲ ਕਰਦੇ ਆ, ਜੇ ਉਹਨਾਂ ਨੂੰ ਇਹ ਗੱਲ ਕਹੀ ਜਾਵੇ ਵੀ 15 ਰੁਪਈਆਂ ਦਾ ਤੁਹਾਡਾ ਮੈਡਲ ਆ, ਤੇ ਫਿਰ ਜੇ ਕਿਤੇ ਮੈਂ ਹੁੰਦਾ ਨਾ ਕਿਤੇ ਕੁਸ਼ਤੀ ਕਰਨ ਵਾਲਾ ਬੰਦਾ, ਹਾਲਾਂਕਿ ਮੈਂ ਤਾਂ ਚਲੋ ਮਾੜਚੂ ਸਰੀਰ ਦਾ ਮਾਲਕ ਹਾਂ, ਪਰ ਜੇਕਰ ਮੈਂ ਕੁਸ਼ਤੀ ਕਰਨ ਵਾਲਾ ਹੁੰਦਾ ਤਾਂ ਮੈਂ ਇਹ ਗੱਲ ਕਹਿਣੀ ਸੀ, ਜਿਹਨੇ ਮੈਨੂੰ ਕਿਹਾ ਹੋਵੇ ਵੀ 15 ਰੁਪਈਆਂ ਦਾ ਹੈਗਾ, ਮੈਂ ਕਹਿਣਾ ਸੀ ਚੱਲ ਤੂੰ ਆਪਦਾ ਅਸਤੀਫਾ ਦੇ ਜਾਂ 15 ਵਾਲੇ 5 ਲੈ ਕੇ ਆ, ਆਖਰੀ ਸਾਹ ਤੱਕ ਲੈ ਕੇ ਆ, ਤੈਨੂੰ ਤਾਂ ਮੰਨਾ। ਤੁਸੀਂ ਹੁਣ ਕਹਿੰਦੇ ਹੋ 15 ਰੁਪਈਏ ਦਾ ਮੈਡਲ ਆ, ਇਹ ਜੰਤਰ ਮੰਤਰ ਤੇ ਐਵੇਂ ਬੈਠੇ ਆ। ਤੇ ਜਦੋਂ ਅਸੀਂ ਜਿੱਤ ਕੇ ਆਉਣੇ ਤਾਂ ਉਦੋਂ ਕਹਿ ਦਿੰਦੇ ਵੀ ਭਾਈ ਤਿਰੰਗੇ ਦੀ ਮਾਨ ਤੇ ਸਨਮਾਨ ਤੇ ਸ਼ਾਨ ਦੇ ਵਿੱਚ ਵਾਧਾ ਕੀਤਾ। ਉਦੋਂ ਤੁਸੀਂ ਇਹ ਗੱਲ ਕਹਿ ਦਿੰਦੇ ਵੀ ਭਾਈ ਇਹਨਾਂ ਨੂੰ ਤਾਂ ਅਸੀਂ ਏਅਰਪੋਰਟ ਤੋਂ ਲੈਣ ਚੱਲੇ ਆ। ਤੇ ਡਰਾਮਾ ਕੀ ਆ ਤੁਹਾਡਾ? ਬ੍ਰਿਜ ਭੂਸ਼ਣ ਜਿਹੜਾ ਕਿ ਆਪਾਂ ਜਾਣਦੇ ਹਾਂ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ, ਉਹਦੀ ਗ੍ਰਿਫਤਾਰੀ ਨੂੰ ਲੈ ਕੇ ਤੇ ਉਹਦੇ ਤੇ ਜਿਹੜਾ ਪਰਚਾ ਦਰਜ ਹੋਇਆ ਉਹਦੇ ਤੇ ਕਾਰਵਾਈ ਨੂੰ ਲੈ ਕੇ ਤੇ 1 ਮਹੀਨਾ ਪੂਰਾ ਹੋ ਗਿਆ ਜੰਤਰ ਮੰਤਰ ਤੇ ਬੈਠੇ ਭਲਵਾਨਾਂ ਨੂੰ। ਪਿਛਲੇ ਦਿਨੀ ਭਲਵਾਨਾਂ ਨੇ ਇਹ ਗੱਲ ਕਹੀ ਸੀ ਕਿ ਜੇਕਰ ਬ੍ਰਿਜ ਭੂਸ਼ਣ ਸਹੀ ਆ ਤਾਂ ਇਹਦਾ ਨਾਰਕੋ ਟੈਸਟ ਕਰਵਾਉਣਾ ਚਾਹੀਦਾ। ਤੇ ਬ੍ਰਿਜ ਭੂਸ਼ਣ ਨੇ ਗੱਲ ਕਹਿਤੀ, ਕਹਿੰਦਾ ਵੀ ਮੈਂ ਆਪਣਾ ਨਾਰਕੋ ਟੈਸਟ ਕਰਵਾਉਣ ਨੂੰ ਤਿਆਰ ਹਾਂ। ਇਹ ਜਿਹੜੇ ਖਿਡਾਰੀ ਆ ਉਹ ਵੀ ਕਰਵਾਉਣ, ਖਾਸ ਕਰਕੇ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਵੀ ਆਪਦਾ ਨਾਰਕੋ ਟੈਸਟ ਕਰਾਵੇ। ਹੁਣ ਬਜਰੰਗ ਪੂਨੀਆ ਨਹੀਂ ਪਤਾ ਲੱਗਾ ਵੀ ਮੀਡੀਆ ਦੇ ਮੂਹਰੇ ਆ ਕੇ ਗੱਲ ਕਹੀ ਆ ਕਿ ਮੈਂ ਟੈਸਟ ਕਰਵਾਉਣ ਨੂੰ ਤਿਆਰ ਆ। ਜਿਹੜੀਆਂ ਕੁੜੀਆਂ ਨੇ ਦੋਸ਼ ਲਾਏ ਆ ਉਹ ਸਾਰੀਆਂ ਕਰਵਾਉਣ ਨੂੰ ਤਿਆਰ ਆ, ਪਰ ਉਹ ਕਹਿੰਦਾ ਵੀ ਇੱਕ ਸ਼ਰਤ ਆ, ਸੁਪਰੀਮ ਕੋਰਟ ਦੇ ਮਾਣਯੋਗ ਜੱਜ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹ ਟੈਸਟ ਹੋਣਗੇ ਤੇ ਲਾਈਵ ਯਾਨੀ ਕਿ ਸਿੱਧਾ ਪ੍ਰਸਾਰਣ ਜਿਹੜਾ ਹੋਊਗਾ। ਜੋ ਸਾਨੂੰ ਪੁੱਛਿਆ ਜਾਊਗਾ ਉਹ ਵੀ ਦੇਸ਼ ਦੀ ਜਨਤਾ ਦੇਖੂਗੀ, ਜੋ ਇਹਨੂੰ ਪੁੱਛਿਆ ਜਾਊਗਾ ਉਹ ਵੀ ਦੇਸ਼ ਦੀ ਜਨਤਾ ਦੇਖੂਗੀ। ਬਜਰੰਗ ਪੂਨੀਆ ਨੇ ਗੱਲ ਕਹੀ ਆ ਕਿ ਨਾਰਕੋ ਟੈਸਟ, ਪੋਲੀਗ੍ਰਾਫ ਟੈਸਟ ਤੇ ਜਿਹੜਾ ਵੀ ਸੱਚ ਝੂਠ ਬੋਲਣ ਨੂੰ ਫੜਨ ਵਾਲਾ ਹੁੰਦਾ ਜੀ ਲਾਈ ਡਿਟੈਕਟਰ ਟੈਸਟ, ਇਹ ਸਾਰੇ ਅਸੀਂ ਕਰਵਾਉਣ ਨੂੰ ਤਿਆਰ ਆ। ਬਜਰੰਗ ਪੂਨੀਆ ਵੀ ਕਰਵਾਵੇ, ਅਸੀਂ ਵੀ ਕਰਵਾਉਣ ਨੂੰ ਤਿਆਰ ਆ। ਹੁਣ ਦੱਸੋ, ਸੋ ਗੱਲ ਇਹ ਹੈ ਜੀ ਕਿ ਤੁਸੀਂ ਆਪਣੀ ਗਲਤੀ ਮੰਨ ਲਵੋ ਜਾਂ ਤਾਂ, ਤੇ ਜਾਂ ਤੁਸੀਂ ਚੜਾਉਨੇ ਕਿਹੜੀ ਗੱਲੋਂ ਆ ਵੀ ਭਾਈ 15 ਰੁਪਈਆਂ ਦਾ ਮੈਡਲ ਲੈ ਕੇ ਫਿਰਦੇ ਆ। 15 ਰੁਪਈਆਂ ਦੇ ਮੈਡਲ ਦਾ ਕੀ ਵਜੂਦ ਆ ਯਾਰ? ਤੁਸੀਂ ਕਦੇ 15 ਰੁਪਈਆਂ ਵਾਲਾ ਮੈਡਲ ਜਿੱਤਿਆ? ਤੁਹਾਨੂੰ ਤਾਂ ਕੋਈ 5 ਰੁਪਈਆਂ ਵਾਲਾ ਮੈਡਲ ਨਹੀਂ ਦਿੰਦਾਗਾ। ਜੇ ਮੰਨ ਲਓ ਮੈਂ ਕਿਸੇ ਖਿਡਾਰੀ ਦੇ ਉੱਤੇ ਬੈਠ ਕੇ ਅੱਜ ਟਿੱਪਣੀ ਕਰਾਂ ਵੀ ਇਹ ਤਾਂ ਐਵੇਂ ਮੈਡਲ ਮੂਡਲ ਚੱਕੀ ਫਿਰਦਾ, ਗਲ ਦੇ ਵਿੱਚ ਐਵੇਂ 5 ਰੁਪਈਆਂ ਵਾਲਾ ਮੈਡਲ ਪਾਈ ਫਿਰਦਾ, ਤੇ ਮੈਂ ਤਾਂ 5 ਵਾਲਾ ਵੀ ਨਹੀਂ ਕਦੇ ਹਾਸਲ ਕੀਤਾ। ਫਿਰ ਸੋ ਗੱਲ ਇਹ ਆ ਵੀ ਇਹਨਾਂ ਖਿਡਾਰੀਆਂ ਦਾ ਸਤਿਕਾਰ ਕਰਨਾ ਚਾਹੀਦਾ।
ਹੁਣ ਬ੍ਰਿਜ ਭੂਸ਼ਣ ਇਹ ਗੱਲ ਕਹਿੰਦਾ ਆ ਬਜਰੰਗ ਪੂਨੀਆ ਤੱਕ ਨਾ ਵੈਸੇ ਹੀ ਦੌਰ ਨਿਕਲ ਗਿਆ ਤੇ ਲੈ ਇਹਨੂੰ ਹੁਣ ਕੌਣ ਪੁੱਛਦਾ ਕੁਸ਼ਤੀ ਦੇ ਵਿੱਚ। ਉਹ ਭਾਈ ਸਦਾ ਤਾਂ ਤੇਰਾ ਵੀ ਦੌਰ ਨਹੀਂ ਰਹਿਣਾਗਾ। ਤੁਸੀਂ ਹੰਕਾਰੀ ਹੋਈ ਗੱਲ ਕਿਉਂ ਕਰਦੇ ਆ? ਰਾਜਨੀਤਿਕ ਲੋਕ ਵੀ ਹਮੇਸ਼ਾ ਵਾਸਤੇ ਥੋੜੀ ਰਹਿੰਦੇ ਆ, ਕਦੇ ਹਾਰਦੇ ਵੀ ਆ ਕਦੇ ਜਿੱਤਦੇ ਵੀ ਆ। ਖਿਡਾਰੀ ਦਾ ਤਾਂ ਇੱਕ ਸਮਾਂ ਹੁੰਦਾ, ਗਵਈਏ ਦਾ ਇੱਕ ਸਮਾਂ ਹੁੰਦਾ, ਹਰ ਕੰਮ ਦਾ ਇੱਕ ਸਮਾਂ ਹੁੰਦਾ ਵੀ ਕਿਸੇ ਵੇਲੇ ਉਹ ਸਿਖਰ ਦੇ ਉੱਤੇ ਹੁੰਦੇ ਆ, ਕਿਸੇ ਵੇਲੇ ਉਹ ਉਮਰ ਦੀ ਹੱਦ ਪਾਰ ਕਰਨ ਕਰਕੇ ਪਿਛਾਂਹ ਨੂੰ ਵੀ ਆ ਜਾਂਦੇ ਆ। ਸੋ ਗੱਲ ਇਹ ਵੀ ਸਾਨੂੰ ਚੜਾਉਣਾ ਨਹੀਂ ਚਾਹੀਦਾ, ਮਾਣ ਕਰਨਾ ਚਾਹੀਦਾ ਜੀ। ਜੀ ਸਭ ਤੋਂ ਵੱਡੀ ਗੱਲ ਇਹ ਟਾਣਾ ਸਾਹਿਬ ਸਮਝ ਤੋਂ ਬਾਹਰ ਇਹ ਗੱਲ ਹੋਈ ਹੈ ਕਿ ਇੰਨਾ ਕੁਝ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ, ਬ੍ਰਿਜ ਭੂਸ਼ਣ ਹੋਰਾਂ ਦੇ ਵੱਲੋਂ ਇੰਨਾ ਕੁਝ ਕਿਹਾ ਜਾ ਰਿਹਾ ਹੈ ਖਿਡਾਰੀਆਂ ਦੇ ਅਪਮਾਨ ਦੇ ਰੂਪ ਦੇ ਵਿੱਚ, ਇੰਨਾ ਕੁਝ ਉਹਨਾਂ ਦੇ ਬਾਬਤ ਬੋਲਿਆ ਜਾ ਰਿਹਾ ਹੈ। ਕੋਈ ਵੀ ਇਸ ਬਾਬਤ ਟਿੱਪਣੀ ਕਰਕੇ ਰਾਜ਼ੀ ਨਹੀਂ ਹੈਗਾ। ਨਾ ਤਾਂ ਹੁਣ ਉਹ ਕੰਗਣਾ ਰਣੌਤ ਬੋਲਦੀ ਹੈ, ਨਾ ਹੀ ਕੋਈ ਸੱਤਾਧਰ ਪਾਰਟੀ ਦੇ ਵਿੱਚੋਂ ਕਹਿ ਰਿਹਾ ਵੀ ਦੇਖੋ ਜੀ ਜੋ ਕੁਝ ਵੀ ਹੈ ਉਹ ਇੱਕ ਪਾਸੇ, ਪਰ ਤੁਸੀਂ ਇਹ ਜਿਹੜੀ 15-15 ਰੁਪਈਆਂ ਵਾਲੀ ਗੱਲ ਕਰ ਰਹੇ ਹੋ, ਇਹਦੇ ਨਾਲ ਸਮੂਹ ਖਿਡਾਰੀ ਭਾਈਚਾਰੇ ਦੇ ਉੱਪਰ ਤੁਸੀਂ ਤੋਹਮਤ ਲਾ ਰਹੇ ਹੋ, ਉਂਗਲ ਚੁੱਕ ਰਹੇ ਹੋ ਵੀ ਤੁਹਾਨੂੰ ਇਹ ਗੱਲ ਕਰਨ ਦਾ ਕੋਈ ਹੱਕ ਨਹੀਂ ਹੈ। ਖਿਡਾਰੀ ਸਾਡਾ ਮਾਣ ਨੇ ਤੇ ਉਹਨਾਂ ਨੇ ਆਪਦੀ ਜ਼ਿੰਦਗੀ ਇਸ ਮੈਡਲ ਨੂੰ ਹਾਸਲ ਕਰਨ ਦੇ ਉੱਪਰ ਉਹ ਆਪਣੀ ਜ਼ਿੰਦਗੀ ਦਾਅ ਦੇ ਉੱਪਰ ਲਾ ਦਿੰਦੇ ਨੇ, ਦਿਨ ਰਾਤ ਇੱਕ ਕਰ ਦਿੰਦੇ ਨੇ ਤੇ ਤੁਹਾਨੂੰ ਇਹ ਗੱਲ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ। ਪਰ ਨਹੀਂ, ਕੋਈ ਵੀ ਬੋਲ ਕੇ ਰਾਜ਼ੀ ਨਹੀਂ ਇਸ ਮੁੱਦੇ ਦੇ ਉੱਪਰ। ਬਿਲਕੁਲ ਜੀ, ਇੱਕ ਗੱਲ ਹੋਰ ਆ ਵੀ ਹੋ ਸਕਦਾ ਅਸੀਂ ਸਾਰੇ ਕਿੱਤਿਆਂ ਦਾ ਸਤਿਕਾਰ ਕਰਦੇ ਹਾਂ, ਕੋਈ ਕਿਸੇ ਵੀ ਕਿੱਤੇ ਨਾਲ ਜੁੜਿਆ ਹੋਊਗਾ, ਕੋਈ ਬਹੁਤ ਜ਼ਿਆਦਾ ਪੈਸੇ ਕਮਾਉਂਦਾ ਹੋ ਸਕਦਾ, ਕੋਈ ਬੰਦਾ ਬਿਲਕੁਲ ਗਰੀਬ ਹੋ ਸਕਦਾ। ਇਹ ਬਾਅਦ ਦੀਆਂ ਗੱਲਾਂ, ਆਪਾਂ ਕਿਹੜਾ ਕਿਸੇ ਦੇ ਖਾਤੇ ਜਾ ਕੇ ਚੈੱਕ ਕਰਨੇ ਆ। ਪਰ ਨਾ ਸਾਨੂੰ ਇਹ ਨਹੀਂ ਗੱਲ ਕਹਿਣੀ ਚਾਹੀਦੀ ਵੀ ਖਿਡਾਰੀ ਦਾ ਇਹਦਾ ਕੀ ਵਜੂਦ ਆ ਬੰਦੇ ਦਾ ਕੀ ਵਜੂਦ ਆ। ਤੁਸੀਂ ਵੀ ਕੋਈ ਸਟੀਲ ਦੀ ਰੋਟੀ ਖਾ ਕੇ ਨਹੀਂ ਸੌਂਦੇ ਜਾਂ ਕੋਈ ਹੀਰੇ ਜਿਹੜੀ ਰੋਟੀ ਨਹੀਂ ਖਾਂਦੇਗੇ। ਇਹ ਰੋਟੀ ਵੀ ਇਹਨਾਂ ਖਿਡਾਰੀਆਂ ਦੇ ਮਾਪਿਆਂ ਦੇ ਵੱਲੋਂ ਖੇਤਾਂ ਦੇ ਵਿੱਚ ਪੈਦਾ ਕੀਤੇ ਗਏ ਅਨਾਜ ਦੇ ਨਾਲ ਹੀ ਥੋੜੀ ਪੱਕਦੀ ਹੈ। ਆ ਪਿੱਛੇ ਜੇ ਕੁਝ ਜਿਹੜੇ ਲੋਕ ਆ, ਜਦੋਂ ਕਿਸਾਨ ਅੰਦੋਲਨ ਚੱਲਦਾ ਸੀਗਾ ਤੇ ਉਦੋਂ ਵੀ ਕਈ ਊਲ ਜਲੂਲ ਟਿੱਪਣੀਆਂ ਕਰਦੇ ਸੀਗੇ ਵੀ ਨਾ ਅਸੀਂ ਜਵਾਨ ਬਾਰੇ ਗਲਤ ਟਿੱਪਣੀ ਕਰੀਏ, ਨਾ ਅਸੀਂ ਕਿਸਾਨ ਬਾਰੇ ਗਲਤ ਟਿੱਪਣੀ ਕਰੀਏ। ਸਾਡੇ ਖਿਡਾਰੀ ਵੀ ਸਾਡਾ ਮਾਣ ਹੈਗੇ ਆ ਤੇ ਸਾਡੇ ਚੰਗੇ ਨੇਤਾ ਵੀ ਸਾਡਾ ਮਾਣ ਹੈਗੇ ਆ। ਪਰ ਨੇਤਾ ਲੋਕਾਂ ਨੂੰ ਕੁਰਸੀ ਨਾਲ ਚਿਪਕੇ ਰਹਿਣ ਦੀ ਆਦਤ ਹਟਾਉਣੀ ਚਾਹੀਦੀ ਆ ਵੀ ਅਸੀਂ ਮਰ ਜਾਵਾਂਗੇ ਪਰ ਕੁਰਸੀ ਨਹੀਂ ਛੱਡਾਂਗੇ। ਇਹ ਕੁਰਸੀਆਂ ਕਰਸੀਆਂ ਐਂ ਰਹਿ ਜਾਂਦੀਆਂ, ਪਤਾ ਨਹੀਂ ਕਿੰਨੇ ਕੁ ਆਏ ਤੇ ਕਿੰਨੇ ਕੁ ਤੁਰ ਗਏ ਆ। ਸੋ ਬੇਨਤੀ ਹੈ ਵੀ ਕੁਰਸੀ ਦੇ ਨਾਲੋਂ ਜਨਤਾ ਦੇ ਨਾਲ ਮੋਹ ਕਰਨਾ ਸਿੱਖੋ ਜੀ। ਜੀ ਨਾਲੇ ਸਭ ਤੋਂ ਵੱਡੀ ਗੱਲ ਇਹ ਹੈ ਟਾਣਾ ਸਾਹਿਬ, ਉਹਨਾਂ ਦਾ ਕੋਈ ਵਜੂਦ ਹੈ ਤਾਂ ਹੀ ਤਾਂ ਲੋਕ ਉਹਨਾਂ ਦਾ ਨਾਂ ਜਾਣਦੇ ਨੇ, ਨਹੀਂ ਤਾਂ ਕਈਆਂ ਦਾ ਤਾਂ ਪੁੱਠੇ ਸਿੱਧੇ ਬਿਆਨ ਦੇ ਕੇ ਹੀ ਨਾਂ ਜਿਹੜਾ ਉਹ ਚਰਚਾ ਦੇ ਵਿੱਚ ਆਉਂਦਾ ਹੈ। ਇਹਨਾਂ ਖਿਡਾਰੀਆਂ ਦਾ ਕੋਈ ਵਜੂਦ ਸੀ ਜਾਂ ਕੋਈ ਵਜੂਦ ਹੈ ਤਾਂ ਹੀ ਮਿਹਨਤ ਕਰ ਕਰਕੇ ਅੱਗੇ ਆਏ ਨੇ ਤੇ ਉਸ ਵਜੂਦ ਦਾ ਕਰਕੇ ਹੀ ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਨਾਂ ਹੋਇਆ ਹੈ। ਉਸ ਵਜੂਦ ਦਾ ਕਰਕੇ ਹੀ ਇਹਨਾਂ ਖਿਡਾਰੀਆਂ ਦੀ ਜ਼ਿੰਦਗੀ ਦੇ ਉੱਪਰ ਤੁਸੀਂ ਫਿਲਮਾਂ ਬਣਵਾਉਂਦੇ ਰਹੇ ਹੋ। ਸੋ ਉਹ ਵਜੂਦ ਦੀ ਗੱਲ ਤਾਂ ਹੁਣ ਕਰਨੀ ਕਿਤੇ ਵੀ ਬਣਦੀ ਨਹੀਂ ਹੈ। ਬਿਲਕੁਲ ਤੁਹਾਡੀ ਗੱਲ ਸਹੀ ਆ। ਤੇ ਚਲੋ ਜੀ, ਬਾਕੀ ਅਸੀਂ ਸਭ ਖਿਡਾਰੀਆਂ ਦਾ ਸਨਮਾਨ ਕਰਦੇ ਹਾਂ, ਸਭਨਾਂ ਦਾ ਹੀ ਸਤਿਕਾਰ ਕਰਨਾ ਚਾਹੀਦਾ। ਤੇ ਜਿਨ੍ਹਾਂ ਨੂੰ 1 ਮਹੀਨਾ ਹੋ ਗਿਆ ਨਾ ਇੱਥੇ ਜੰਤਰ ਮੰਤਰ ਤੇ ਬੈਠਿਆ, ਜਿਹੜੀ ਉਹਨਾਂ ਦੀ ਮੰਗ ਆ ਉਹਦੇ ਵੱਲ ਗੌਰ ਕਰਨੀ ਚਾਹੀਦੀ ਤੇ ਰਾਜਨੀਤੀ ਇਸ ਮਸਲੇ ਤੇ ਬਿਲਕੁਲ ਨਹੀਂ ਕਰਨੀ ਚਾਹੀਦੀ। ਚੜਾਉਣਾ ਕਿਸੇ ਨੂੰ ਬਿਲਕੁਲ ਨਹੀਂ ਚਾਹੀਦਾ। ਖੁਦ ਨੂੰ ਸਹੀ ਸਾਬਤ ਕਰਨ ਦੇ ਲਈ ਅਸੀਂ ਦੂਜੇ ਦੇ ਪੈਰ ਮਿੱਧੀ ਚੱਲੀਏ, ਇਹ ਕੋਈ ਤੁਕ ਨਹੀਂ ਬਣਦੀ। ਕਿ ਅਸਲ ਗੱਲ ਹੋਣੀ ਚਾਹੀਦੀ ਹੈ, ਮੁੱਦੇ ਦੀ ਗੱਲ ਹੋਣੀ ਚਾਹੀਦੀ ਹੈ, ਨੁਕਤੇ ਦੀ ਗੱਲ ਹੋਣੀ ਚਾਹੀਦੀ ਹੈ। ਆਸ ਆ ਵੀ ਸ਼ਾਇਦ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਸਭ ਨੂੰ ਅਕਲਾਵੇ ਜੀ। ਬਿਲਕੁਲ ਸਹੀ ਹੈ ਤੇ ਉਮੀਦ ਕਰਦੇ ਹਾਂ ਕਿ ਇਹਨਾਂ ਖਿਡਾਰੀਆਂ ਨੂੰ ਇਨਸਾਫ ਜ਼ਰੂਰ ਮਿਲੇ। ਜੋ ਸੱਚ ਹੈ ਉਹ ਜਨਤਾ ਦੇ ਸਾਹਮਣੇ ਜ਼ਰੂਰ ਆਏ। ਲੋਕੀ ਜਿਹੜੇ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਆਖਰਕਾਰ ਕੀ ਸੱਚਾਈ ਹੈ ਤੇ ਕੀ ਝੂਠ ਹੈ। ਸੋ ਉਹ ਸੱਚ ਲੋਕਾਂ ਸਾਹਮਣੇ ਜ਼ਰੂਰ ਆਉਣਾ ਚਾਹੀਦਾ। ਬਿਲਕੁਲ ਸਹੀ ਗੱਲ ਆ। ਤੇ ਟਾਣਾ ਸਾਹਿਬ ਹੁਣ ਫਿਰ ਆਪਾਂ ਪ੍ਰੋਗਰਾਮ ਨੂੰ ਇੱਥੇ ਸਮੇਟੀਏ ਜੀ। ਬਿਲਕੁਲ ਆਪਾਂ ਇਹਨੂੰ ਸਮੇਟਦੇ ਹਾਂ ਇੱਥੇ। ਤੇ ਮੈਂ ਵੀ ਇੱਥੇ ਆਪਦੇ ਸਾਥੀਆਂ ਨਾਲ ਬੈਠ ਕੇ ਤੇ ਕੁਲਫੀ ਕਲਫੀ ਖਾਵਾਂ, ਕੋਈ ਗੋਲਾ ਗਾਲਾ ਮੰਗਵਾਵਾਂ, ਮੈਂ ਵੀ ਕੋਈ ਹੋਰ ਮਚਲਿਆਂ ਨੂੰ ਮਚਾਵਾਂ ਮੈਂ। ਤੇ ਤੁਸੀਂ ਵੀ ਭਾਈ ਆਪਦਾ ਦੇਖੋ ਭਾਈ, ਝਰਨੇ 'ਚ ਪੈਰ ਪਾ ਕੇ ਬੈਠੋ, ਫਿਰ ਜਦੋਂ ਤੁਹਾਡੇ ਪੈਰ ਠੰਡੇ ਹੋ ਗਏ ਫਿਰ ਕਹੋ 3-3 ਜਰਾਬਾਂ ਚਾੜ ਦਿਓ ਮੇਰੇ ਪੈਰ ਤੇ, ਹਾਈ ਠੰਡ ਲੱਗ ਗਈ, ਕਰੀ ਚੱਲੋ ਇੱਥੇ ਬੈਠੇ। ਨਹੀਂ ਅਸੀਂ ਗਰਮਾ ਗਰਮ ਚਾਹ ਪੀਂਦੇ ਆ ਜੀ, ਕਿਉਂਕਿ ਕੁਲਫੀ ਵਰਗਾ ਮੌਸਮ ਹੀ ਬਣਿਆ ਪਿਆ। ਸੋ ਖੈਰ ਪ੍ਰੋਗਰਾਮ ਇੱਥੇ ਸਮੇਟਦਿਆਂ ਹੋ ਗਿਆ ਜਾਣ ਦਾ ਵੇਲਾ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਇਓ। ਦੋਵਾਂ ਦੀ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।